ਕੀਤਾ ਹੈ। ਬਿਲਾਵਲ ਰਾਗ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਗਿਆ। ਪਾਵਨ ਸ਼ਬਦ ਦੇ ਅੰਦਰ ਧੰਨ ਗੁਰੂ ਜੀ ਰਹਿਮਤ ਕਰ ਰਹੇ ਨੇ। ਦਾਸ ਤੇਰੀ ਕੀ ਬੇਨਤੀ। ਬੇਨਤੀ ਦਾ ਅਰਥ ਹੈ ਅਰਦਾਸ। ਜੋਦੜੀ ਰਜੋਈ। ਇਹ ਸੱਚੇ ਸਤਿਗੁਰ ਜੀ, ਅਸੀਂ ਆਪ ਜੀ ਦੇ ਦਾਸ ਹਾਂ ਤੇ ਆਪ ਜੀ ਦੇ ਚਰਨਾਂ ਦੇ ਅੱਗੇ ਸਾਡੀ ਬੇਨਤੀ ਹੈ, ਅਰਦਾਸ ਹੈ, ਰਜੋਈ ਹੈ। ਰਿੱਧ ਕਰ ਪ੍ਰਗਾਸ। ਸਾਡੇ ਅੰਦਰ ਪ੍ਰਗਾਸ਼ ਹੋ ਜਾਵੇ, ਸਾਡੇ ਅੰਦਰ ਗਿਆਨ ਦਾ ਵਾਸਾ ਹੋ ਜਾਵੇ। ਮਨੁੱਖ ਦੇ ਅੰਦਰ ਜਿਤਨਾ ਗਿਆਨ ਹੁੰਦਾ ਹੈ, ਅੰਦਰ ਦੇ ਗਿਆਨ ਦੇ ਨਾਲ ਹੀ ਮਨੁੱਖ ਨੂੰ ਬਾਹਰ ਦਾ ਗਿਆਨ ਪ੍ਰਾਪਤ ਹੁੰਦਾ ਹੈ। ਜਿਤਨਾ ਮਨੁੱਖ ਦੇ ਅੰਦਰ ਗਿਆਨ ਹੈ, ਉਹ ਆਪਣੇ ਅੰਦਰ ਦੇ ਗਿਆਨ ਦੇ ਨਾਲ ਬਾਹਰ ਦਾ ਗਿਆਨ ਨੇ ਜਿਹੜਾ ਉਸ ਦੀ ਪ੍ਰਾਪਤੀ ਕਰਦਾ ਹੈ। ਜੇ ਮਨੁੱਖ ਦੇ ਅੰਦਰ ਗਿਆਨ ਨਹੀਂ, ਅੰਦਰੂਨੀ ਗਿਆਨ ਨਹੀਂ, ਤੇ ਬਾਹਰੋਂ ਵੀ ਉਸ ਨੂੰ ਫਿਰ ਕੋਈ ਗਿਆਨ ਨਹੀਂ ਹੋਏਗਾ। ਅਸੀਂ ਉਹਨੂੰ ਕਹਿ ਦਿੰਦੇ ਹਾਂ ਮੰਦ ਬੁੱਧੀ, ਮੋਟੀ ਮੱਤ ਵਾਲਾ। ਆਮ ਬੋਲੀ ਦੇ ਵਿੱਚ ਗਿਆਨ ਤੋਂ ਭਾਵ ਮੱਤ ਹੈ, ਬੁੱਧ ਹੈ, ਅਕਲ ਹੈ, ਸੋਝੀ ਹੈ। ਤੇ ਇਹ ਸੋਝੀ ਗਿਆਨ ਅਕਲ ਮਨੁੱਖ ਦੇ ਅੰਦਰ ਹੁੰਦਾ ਹੈ। ਅੰਦਰ ਦੀ ਸੋਝੀ, ਅੰਦਰ ਦੇ ਗਿਆਨ, ਅੰਦਰ ਦੀ ਅਕਲ ਦੇ ਨਾਲ ਮਨੁੱਖ ਸਮਾਜ ਦੇ ਵਿੱਚ ਵਿਚਰਦਾ ਹੈ। ਕਈਆਂ ਦੇ ਅੰਦਰ ਘੱਟ ਗਿਆਨ ਹੈ, ਕਈਆਂ ਦੇ ਅੰਦਰ ਜ਼ਿਆਦਾ ਗਿਆਨ ਹੈ। ਇਹ ਉਸ ਪ੍ਰਭੂ ਪਰਮਾਤਮਾ ਦੀ ਦਾਤ ਹੈ, ਵਾਹਿਗੁਰੂ ਦੀ ਦੌਲਤ ਹੈ। ਉਹ ਜਿਸ ਨੂੰ ਜਿਤਨੀ ਦਾਤ ਦੇ ਦੇਵੇ। ਪਰ ਇਸ ਅੰਦਰ ਦੇ ਗਿਆਨ ਨੂੰ ਗੁਰੂ ਦੁਆਰਾ ਜਗਾਇਆ ਜਾਂਦਾ ਹੈ। ਕਦੀ ਅੰਦਰ ਗਿਆਨ ਹੁੰਦਾ ਹੈ, ਪਰ ਗੁਰੂ ਦੁਆਰਾ ਜੇ ਨਾ ਜਗਾਇਆ ਜਾਵੇ ਤੇ ਉਹ ਅੰਦਰੂਨੀ ਗਿਆਨ ਵੀ ਪ੍ਰਗਟ ਨਹੀਂ ਹੁੰਦਾ। ਜਿਵੇਂ ਆਪਾਂ ਕਹਿ ਦਿੰਦੇ ਹਾਂ ਬਲਬ ਜਗਾ ਦਿਓ। ਹੁਣ ਬਲਬ ਜਗਾਵਾਂਗੇ, ਸੋਚ ਛੱਡਾਂਗੇ। ਜੇ ਬਲਬ ਦੇ ਅੰਦਰ ਬਿਜਲੀ ਹੈ ਤੇ ਬਲਬ ਜਗ ਜਾਵੇਗਾ, ਜੇ ਬਲਬ ਦੇ ਅੰਦਰ ਬਿਜਲੀ ਨਹੀਂ ਤੇ ਬਲਬ ਨਹੀਂ ਜਗੇਗਾ। ਦੀਵਾ ਜਗਾ ਦਿਓ। ਜੇ ਦੀਵੇ ਦੇ ਅੰਦਰ ਤੇਲ ਹੈ, ਦੀਵੇ ਦੇ ਅੰਦਰ ਬੱਤੀ ਹੈ ਤੇ ਮਾੜੀ ਜੀ ਸੀਖ ਲਾਣੀ ਪੈਣੀ ਹੈ, ਦੀਵਾ ਜਗ ਜਾਣਾ ਹੈ, ਪ੍ਰਕਾਸ਼ ਹੋ ਜਾਣਾ ਹੈ। ਹੁਣ ਦੀਵੇ ਦੇ ਅੰਦਰ ਤੇਲ ਹੈ, ਉਸ ਦੇ ਨਾਲ ਬਾਹਰ ਦੀਵਾ ਜਿਹੜਾ ਉਹ ਪ੍ਰਕਾਸ਼ ਕਰ ਰਿਹਾ ਹੈ। ਇਸੇ ਤਰ੍ਹਾਂ ਗੁਰੂ ਹੈ ਜਿਹੜਾ ਇਹ ਜਗਾਉਣ ਦਾ ਕੰਮ ਕਰਦਾ ਹੈ। ਤੇ ਜਾਗਣਾ ਜਿਹੜਾ ਮਨੁੱਖ ਨੇ ਉਹ ਅੰਦਰ ਦੇ ਗਿਆਨ ਦੇ ਨਾਲ ਜਾਗਦਾ ਹੈ। ਅਸੀਂ ਵੇਖਿਆ ਕਲਾਸ ਦੇ ਵਿੱਚ 40-35 ਬੱਚੇ ਹੁੰਦੇ ਨੇ। ਉਹ ਸਾਰੇ ਬੱਚੇ ਨੇ ਜਿਹੜੇ ਉਹ ਨਿਕੰਮੇ ਨਹੀਂ ਹੁੰਦੇ ਤੇ ਸਾਰੇ ਦੇ ਸਾਰੇ ਇੰਟੈਲੀਜੈਂਟ ਵੀ ਨਹੀਂ ਹੁੰਦੇ, ਹੁਸ਼ਿਆਰ ਵੀ ਨਹੀਂ ਹੁੰਦੇ। ਪੜ੍ਹਾਉਣ ਵਾਲਾ ਜਿਹੜਾ ਹੈ, ਉਹਨਾਂ ਦੇ ਅੰਦਰ ਨੂੰ ਗਿਆਨ ਨੂੰ ਜਗਾਉਣ ਵਾਲਾ ਜਿਹੜਾ ਹੈ ਉਹ ਇੱਕੋ ਹੀ ਮਾਸਟਰ ਹੈ। ਤੇ ਫਿਰ ਜਿੰਨਾ ਕੁ ਉਹਨਾਂ ਦੇ ਅੰਦਰ ਗਿਆਨ ਹੈ, ਜਿੰਨੀ ਕੁ ਅੰਦਰ ਦੀ ਸੋਝੀ ਹੈ, ਉਸ ਗਿਆਨ ਤੇ ਉਸ ਸੋਝੀ ਨਾਲ ਉਹਨਾਂ ਕੁ ਉਹ ਬਾਹਰ ਵੀ ਪ੍ਰਕਾਸ਼ ਕਰ ਲੈਂਦੇ ਨੇ। ਜਿਸ ਤਰ੍ਹਾਂ ਦੀ ਦੀਵੇ ਵਿੱਚ ਬੱਤੀ ਹੈ, ਜਿਤਨਾ ਕੁ ਤੇਲ ਹੈ ਉਤਨਾ ਕੁ ਬਾਹਰ ਚਾਨਣ ਹੋ ਜਾਏਗਾ। ਜੇ ਜ਼ਿਆਦਾ ਆਕਾਰ ਦੇ ਵਿੱਚ ਤੇਲ ਹੈ, ਬੱਤੀ ਸੋਹਣੀ ਹੈ ਤੇ ਪ੍ਰਕਾਸ਼ ਬਾਹਰ ਵੀ ਜ਼ਿਆਦਾ ਹੋਏਗਾ। ਇਹ ਮਨੁੱਖ ਦੇ ਅੰਦਰ ਦਾ ਗਿਆਨ ਜਗਾਉਣ ਵਾਲੇ 5 ਗੁਰੂ ਮੰਨੇ ਨੇ। ਪਹਿਲਾ ਗੁਰੂ ਹੈ ਜਿਹੜਾ ਉਹ ਪਿਤਾ ਨੂੰ ਮੰਨਿਆ ਹੈ। ਪਿਤਾ ਜਿਹੜਾ ਇਹ ਪਹਿਲਾ ਗੁਰੂ ਹੈ। ਤਕਰੀਬਨ ਪਹਿਲੂ 5 ਕੁ ਸਾਲ ਤੱਕ ਵਿਚਰਦਾ ਸੀ। ਹੁਣ 3-3.5 ਸਾਲ ਤੱਕ ਪਿਤਾ ਜਿਹੜਾ ਉਹ ਆਪਣੇ ਬੱਚੇ ਦੇ ਨਾਲ ਰਹਿੰਦਾ ਹੈ। ਜਿਸ ਤਰ੍ਹਾਂ ਦਾ ਗਿਆਨ ਪਿਤਾ ਦੇ ਪਾਸ ਹੈ, ਉਹ ਉਸੇ ਤਰ੍ਹਾਂ ਦਾ ਗਿਆਨ ਆਪਣੇ ਬੱਚੇ ਨੂੰ ਦੇਵੇਗਾ। ਇੱਥੇ ਇਹ ਵੀ ਕਹਿਣਾ ਜ਼ਰੂਰੀ ਬਣਦਾ ਹੈ ਕਿ ਕਈ ਵਾਰੀ ਪਿਤਾ ਜਿਹੜਾ ਉਹ ਬੜਾ ਸਮਰੱਥ ਹੁੰਦਾ, ਪਰ ਬੱਚੇ ਦੇ ਅੰਦਰ ਜਿਹੜਾ ਤੇਲ ਲੈਣਾ, ਅੰਦਰ ਦੀ ਜਿਹੜੀ ਬੁੱਧੀ ਹੈ ਉਹ ਕੰਮ ਨਹੀਂ ਕਰ ਰਹੀ ਹੁੰਦੀ ਤੇ ਫਿਰ ਉੱਥੇ ਪਿਤਾ ਜਿਹੜਾ ਉਹ ਕੁਝ ਨਹੀਂ ਕਰ ਸਕਦਾ। ਜਦੋਂ ਆਪਾਂ ਇਤਿਹਾਸ ਵਿਚਾਰਦੇ ਹਾਂ, ਧੰਨ ਗੁਰੂ ਰਾਮਦਾਸ ਜੀ ਦੇ ਸਾਹਿਬਜ਼ਾਦੇ ਸਨ ਬਾਬਾ ਪ੍ਰਿਥੀ ਜੀ। ਹੁਣ ਬਾਬਾ ਪ੍ਰਿਥੀ ਜੀ ਸਨ ਜਿਹੜੇ ਇਹ ਧੰਨ ਗੁਰੂ ਅਰਜਨ ਦੇਵ ਜੀ ਦੇ ਭਰਾ ਸਨ, ਬਾਬਾ ਮਹਾਦੇਵ ਜੀ ਦੇ ਭਰਾ ਸਨ। ਪਰ ਇਹਨਾਂ ਦੋਵਾਂ ਦੇ ਨਾਲੋਂ ਬੜਾ ਵੱਖਰਾ ਸੁਭਾਅ ਸੀ। ਇਹਨਾਂ ਦੇ ਅੰਦਰ ਦਾ ਗਿਆਨ ਸੀ ਜਿਹੜਾ ਇਹ ਹੋਰ ਪ੍ਰਕਾਰ ਦਾ ਸੀ। ਗੁਰਮਤ ਜਿਹੜੀ ਗੁਰ ਗਿਆਨ ਸੀ ਜਿਹੜਾ ਇਹਨਾਂ ਨੇ ਧੰਨ ਗੁਰੂ ਰਾਮਦਾਸ ਜੀ ਤੋਂ ਵੀ ਨਹੀਂ ਲਿਆ, ਨਹੀਂ ਲੈ ਸਕੇ।
ਜਿਵੇਂ ਸਮਾਜ ਦੇ ਵਿੱਚ ਕਈ ਮਨੁੱਖ ਨੇ ਕਿਤਨਾ ਵੀ ਯਤਨ ਕਰ ਲਓ ਉਹ ਨਹੀਂ ਪੜ੍ਹ ਸਕਦੇ, ਤੇ ਕਈ ਨੇ ਉਹਨਾਂ ਨੂੰ ਯਤਨ ਕਰਨ ਦੀ ਲੋੜ ਹੀ ਨਹੀਂ ਹੁੰਦੀ, ਆਪੇ ਹੀ ਪੜ੍ਹ ਜਾਂਦੇ ਨੇ। ਇਸ ਤਰ੍ਹਾਂ ਪਹਿਲਾ ਗੁਰੂ ਹੈ ਜਿਹੜਾ ਉਹ ਪਿਤਾ ਮੰਨਿਆ ਗਿਆ। ਗੁਰਦੇਵ ਮਾਤਾ, ਗੁਰਦੇਵ ਪਿਤਾ। ਦੇਵਾਦੀ ਦੇਵ ਪਹਿਲਾ ਪਿਤਾ ਹੈ ਜਿਸ ਨੇ ਸਾਨੂੰ ਪੰਜ ਭੂਤਕ ਸਰੀਰ ਦਿੱਤਾ ਹੈ। ਪੰਜਾਂ ਤੱਤਾਂ ਤੋਂ ਸਾਡਾ ਸਰੀਰ ਜਿਹੜਾ ਬਣਿਆ ਹੈ, ਤੇ ਤਕਰੀਬਨ 3-3.5 ਸਾਲ ਤੱਕ ਬੱਚਾ ਆਪਣੇ ਪਿਤਾ ਦੇ ਨਾਲ ਰਹਿੰਦਾ ਹੈ। ਉਹਦੇ ਗੁਣ ਨੇ ਜਿਹੜੇ ਉਹ ਸਿੱਖਦਾ ਹੈ। ਉਪਰੰਤ ਦੂਜਾ ਗੁਰੂ ਹੈ ਜਿਹੜਾ ਉਹ ਵਿਦਿਆ ਦਾਤਾ। ਸਕੂਲ ਦੇ ਵਿੱਚ ਆਪਾਂ ਬੱਚੇ ਦਾ ਨਾਮ ਦਾਖਲ ਕਰਾ ਦਿੰਦੇ ਹਾਂ, ਉੱਥੋਂ ਬੱਚਾ ਵਿਦਿਆ ਪ੍ਰਾਪਤੀ ਕਰਦਾ ਹੈ। ਤੀਸਰਾ ਗੁਰੂ ਹੈ ਜਿਹੜਾ ਉਹ ਮਨ ਨੂੰ ਮੰਨਿਆ ਗਿਆ ਹੈ। ਇਹ ਮੈਂ ਨਹੀਂ ਕਹਿ ਰਿਹਾ, ਧੰਨ ਗੁਰੂ 10ਵੇਂ ਪਾਤਸ਼ਾਹ ਕਹਿ ਰਹੇ ਨੇ। ਬਚਿੱਤਰ ਨਾਟਕ ਦੇ ਅੰਦਰ ਗੁਰੂ ਮਹਾਰਾਜ ਜੀ ਦੀ ਬਾਣੀ ਹੈ 10ਵੇਂ ਪਾਤਸ਼ਾਹ। ਇਹ ਇੱਕ ਪੂਰਾ ਸ਼ਬਦ ਹੈ, ਇਹਦੀ ਇੱਕ ਤੁਕ ਪੜ੍ਹ ਕੇ ਮੈਂ ਆਪ ਜੀ ਨੂੰ ਸੁਣਾਉਣੀ ਕਰਦਾ ਹਾਂ। ਮਨਵਾ ਗੁਰ ਮੁਰ ਮਨਸਾ ਮਾਈ। ਧੰਨ ਗੁਰੂ 10ਵੇਂ ਪਾਤਸ਼ਾਹ ਕਹਿੰਦੇ ਨੇ ਮਨਵਾ ਗੁਰ ਮੁਰ, ਮੇਰਾ ਜਿਹੜਾ ਗੁਰੂ ਹੈ ਨਾ ਉਹ ਮੇਰਾ ਮਨ ਹੈ। ਮਨਸਾ ਮਾਈ, ਤੇ ਇਸ ਮਨ ਦੇ ਵਿੱਚ ਜਿਹੜੀਆਂ ਇਛਾਵਾਂ ਚੱਲਦੀਆਂ ਨੇ ਉਹ ਮੇਰੀ ਮਾਤਾ ਹੈ। ਜਿਨ ਮੋਹ ਕੋ ਸ਼ੁਭ ਕਿਰਿਆ ਪੜ੍ਹਾਈ, ਜਿਸ ਮਨ ਨੇ ਮੈਨੂੰ ਚੰਗੀ ਕਿਰਿਆ ਪੜ੍ਹਾ ਦਿੱਤੀ ਹੈ। ਇਹ ਤੀਜਾ ਗੁਰੂ ਮੰਨਿਆ ਗਿਆ। ਮੈਂ ਇੱਕ ਵਾਰੀ ਫਿਰ ਸ਼ੁਰੂ ਤੋਂ ਕਰਾਂ ਤਾਂ ਕਿ ਗੱਲ ਦੀ ਸਮਝ ਆ ਜਾਵੇ। ਪਹਿਲਾ ਗੁਰੂ ਪਿਤਾ ਨੂੰ ਮੰਨਿਆ ਗਿਆ ਹੈ। ਪਿਤਾ ਤੋਂ ਬੱਚਾ ਜਿਹੜਾ ਹੈ ਉਹ ਬਹੁਤ ਕੁਝ ਸਿੱਖ ਲੈਂਦਾ 3 ਸਾਲਾਂ ਦੇ ਵਿੱਚ। ਦੂਜਾ ਗੁਰੂ ਹੈ ਜਿਹੜਾ ਉਹ ਵਿਦਿਆ ਦਾਤੇ ਨੂੰ ਮੰਨਿਆ ਗਿਆ ਹੈ। ਅਸੀਂ ਬੱਚੇ ਨੂੰ ਸਕੂਲ ਪਾ ਦਿੰਦੇ ਹਾਂ, ਬੱਚਾ ਉੱਥੋਂ ਪੜ੍ਹਦਾ ਹੈ, ਵਿਦਿਆ ਦੀ ਪ੍ਰਾਪਤੀ ਕਰਦਾ ਹੈ। ਤੇ ਤੀਸਰਾ ਗੁਰੂ ਹੈ ਜਿਹੜਾ ਇਹ ਮਨ ਨੂੰ ਮੰਨਿਆ ਗਿਆ ਹੈ। ਹੁਣ ਮਨ ਜਿਹੜਾ ਇਹ ਪੜ੍ਹਾਈ 'ਚ ਨਹੀਂ ਲੱਗਦਾ, ਤੇ ਬੱਚਾ ਵਿਚਾਰਾ ਕੀ ਕਰੇਗਾ, ਕੀ ਪੜ੍ਹੇਗਾ, ਨਹੀਂ ਪੜ੍ਹ ਸਕਦਾ। ਮਨ ਜਿਹੜਾ ਇਹਦੇ ਵਿੱਚ ਕੁਝ ਹੋਰ ਚੱਲ ਰਿਹਾ ਹੈ ਤੇ ਫਿਰ ਇਹ ਨਹੀਂ ਪੜ੍ਹ ਸਕੇਗਾ। ਤੀਜਾ ਗੁਰੂ ਹੈ ਜਿਹੜਾ ਮਨਵਾ ਹੈ, ਮਨ ਨੂੰ ਆਖਿਆ ਹੈ ਮਨਵਾ ਗੁਰਮੁਰ ਮਨਸਾ ਮਾਈ। ਧੰਨ ਗੁਰੂ 10ਵੇਂ ਪਾਤਸ਼ਾਹ ਬਚਿੱਤਰ ਨਾਟਕ ਦੇ ਅੰਦਰ ਇਸ ਪਾਵਨ ਸ਼ਬਦ ਦੇ ਨਾਲ ਸਾਨੂੰ ਦੱਸਦੇ ਨੇ। ਤੀਸਰਾ ਗੁਰੂ ਹੈ ਜਿਹੜਾ ਇਹ ਸਾਡਾ ਮਨ ਹੈ। ਮਨ ਜੇ ਗੁਰੂ ਨੂੰ ਮਨ ਕਰਕੇ ਮੰਨ ਲਵੇ ਤੇ ਫਿਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਨੇ। ਜੇ ਮਨ ਨੇ ਗੁਰੂ ਨੂੰ ਗੁਰੂ ਕਰਕੇ ਨਹੀਂ ਮੰਨਿਆ ਤੇ ਫਿਰ ਸਾਡਾ ਗੁਰੂ ਹੈ ਜਿਹੜਾ ਇਹਦੇ ਤੋਂ ਅਸੀਂ ਆਪਣੇ ਅੰਦਰ ਦੇ ਗਿਆਨ ਨੂੰ ਨਹੀਂ ਜਗਾ ਸਕਦੇ। ਇਹਨੂੰ ਤੀਜੀ ਥਾਂ ਤੇ ਰੱਖਿਆ ਹੈ। ਤੀਜੀ ਥਾਂ ਤੇ ਇੱਥੇ ਇਸ ਕਰਕੇ ਰੱਖਿਆ ਕਿ ਚੌਥਾ ਗੁਰੂ ਹੈ ਨਾ ਜਿਹੜਾ ਉਹ ਮੁਕਤੀ ਦਾਤਾ, ਜਿਹਦੇ ਤੋਂ ਅਸੀਂ ਮੁਕਤੀ ਲੈਣੀ ਹੈ। ਜਿਵੇਂ 10ਵੇਂ ਪਾਤਸ਼ਾਹ ਨੇ ਸਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ, ਇਹ ਸਾਡੇ ਚੌਥੇ ਗੁਰੂ ਨੇ। ਇਹਨਾਂ ਤੋਂ ਅਸੀਂ ਮੁਕਤੀ ਦੀ ਦਾਤ ਲੈਣੀ ਹੈ। ਤੇ ਇਸ ਦਾ ਜਿਹੜਾ ਚੁਣਾਵ ਹੈ ਨਾ ਉਹ ਤੀਸਰੇ ਗੁਰੂ ਮਨ ਨੇ ਕਰਨਾ ਹੈ। ਉਹ ਤੀਸਰੇ ਗੁਰੂ ਮਨ ਨੇ ਇਸ ਗੱਲ ਨੂੰ ਚੁਣਨਾ ਹੈ ਵੀ ਇਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਧਾਰਨ ਕਰਦਾ ਜਾਂ ਕਿਸੇ ਹੋਰ ਪਾਸੇ ਤੁਰਿਆ ਫਿਰਦਾ ਹੈ। ਗੁਰ ਕੈ ਜਨਮੈ ਗਵਨ ਮਟਾਇਆ। ਜੇ ਗੁਰੂ ਸਮਰੱਥ ਹੈ ਤੇ ਗੁਰੂ ਧਾਰਨ ਤੋਂ, ਗੁਰੂ ਦੇ ਘਰ ਜਨਮ ਲੈਣ ਤੋਂ ਇਹ ਮਨੁੱਖਾ ਜੀਵਨ ਹੈ ਜਿਹੜਾ ਇਹ ਸਫਲ ਹੋ ਜਾਵੇਗਾ ਤੇ ਆਉਣਾ ਜਾਣਾ ਜਿਹੜਾ ਇਹਦਾ ਮਿਟ ਜਾਵੇਗਾ। ਤੇ ਪੰਜਵਾਂ ਗੁਰੂ ਹੈ ਜਿਹੜਾ ਤੂੰ ਹੀ ਮਾਤਾ ਤੂੰ ਹੀ ਪਿਤਾ, ਤੁਮ ਹੀ ਮਾਤਾ ਤੁਮ ਹੀ ਪਿਤਾ। ਉਸ ਪਰਮਾਤਮਾ ਨੂੰ ਆਖਿਆ ਉਹ ਸਾਡੇ ਮਾਤਾ ਪਿਤਾ ਨੇ ਜਿਨ੍ਹਾਂ ਨੇ ਇਹ ਸਾਰੀ ਰਚਨਾ ਰਚਾਈ ਹੈ। ਸੋ ਇਸ ਪਾਵਨ ਸ਼ਬਦ ਦੇ ਅੰਦਰ ਧੰਨ ਗੁਰੂ ਜੀ ਰਹਿਮਤ ਕਰਦੇ ਨੇ। ਦਾਸ ਤੇਰੇ ਕੀ ਬੇਨਤੀ ਹੈ ਸੱਚੇ ਸਤਿਗੁਰ ਜੀ, ਅਸੀਂ ਆਪ ਜੀ ਦੇ ਦਾਸ ਹਾਂ ਤੇ ਆਪ ਜੀ ਦੇ ਅੱਗੇ ਸਾਡੀ ਇਹੀ ਬੇਨਤੀ ਹੈ ਰਿੱਧ ਕਰ ਪ੍ਰਗਾਸ, ਸਾਡੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਵੇ। ਭਾਵ ਅੰਦਰਲਾ ਦੀਵਾ ਜਿਹੜਾ ਇਹ ਜਗ ਜਾਵੇ। ਜੇ ਅੰਦਰਲਾ ਦੀਵਾ ਜਗ ਜਾਵੇਗਾ ਤੇ ਬਾਹਰੀ ਸਮਾਜਿਕ ਜਿਹੜਾ ਨਾ ਸੰਸਾਰ ਦੇ ਅੰਦਰ ਜਿਹੜਾ ਵਿਚਰਨਾ ਹੈ ਇਹ ਸਾਨੂੰ ਫਿਰ ਆਏਗਾ। ਜੇ ਅੰਦਰ ਦਾ ਦੀਵਾ ਨਹੀਂ ਜਾਗਿਆ, ਅੰਦਰ ਗਿਆਨ ਨਹੀਂ, ਪਤਾ ਹੀ ਨਹੀਂ ਮੈਂ ਕੀ ਕਰ ਰਿਹਾ, ਚੰਗਾ ਕਰ ਰਿਹਾ ਕਿ ਮਾੜਾ ਕਰ ਰਿਹਾ। ਕਰ ਤਾਂ ਰਿਹਾ ਹੈ ਪਰ ਸੋਝੀ ਨਹੀਂ ਵੀ ਇਹ ਮੇਰੇ ਤੋਂ ਚੰਗਾ ਹੋ ਰਿਹਾ ਕਿ ਮਾੜਾ ਹੋ ਰਿਹਾ, ਬੁਰਾ ਹੋ ਰਿਹਾ ਕਿ ਭਲਾ ਹੋ ਰਿਹਾ। ਤੇ ਫਿਰ ਸਮਾਜ ਦੇ ਵਿੱਚ ਦੱਸੋ ਇਹ ਕਿਵੇਂ ਚੰਗਾ ਹੋ ਕੇ ਜੀ ਸਕਦਾ ਹੈ। ਰਿੱਧ ਕਰ ਪ੍ਰਕਾਸ਼ ਹੈ। ਗੁਰੂ ਜੀ ਕਿਰਪਾ ਕਰੋ, ਆਪ ਜੀ ਦੇ ਲੜ ਲੱਗੇ ਆ ਤੇ ਤੁਸੀਂ ਸਾਡੇ ਅੰਦਰ ਗਿਆਨ ਦਾ ਪ੍ਰਕਾਸ਼ ਕਰਨਾ ਕਰੋ ਜੀ। ਤੁਮਰੀ ਕਿਰਪਾ ਤੇ ਪਾਰ ਬ੍ਰਹਮ ਦੋਖਣ ਕੋ ਨਾਸ। ਇਹ ਸੰਸਾਰ ਹੈ ਜਿਹੜਾ ਇਹ ਦੁੱਖਾਂ ਦਾ ਘਰ ਹੈ। ਸੰਸਾਰ ਦੇ ਅੰਦਰ ਆਣ ਕੇ ਕੋਈ ਵੀ
ਸੁਖੀ ਨਹੀਂ ਰਹਿ ਸਕਦਾ, ਕਿਉਂਕਿ ਇਹ ਸੰਸਾਰ ਹੈ ਜਿਹੜਾ, ਇਹਦੇ ਵਿੱਚ ਮਨੁੱਖ ਜਿਹੜਾ ਦੋ ਪ੍ਰਕਾਰ ਦੇ ਵਸਤਰ ਪਾਉਂਦਾ ਹੈ। ਦੁੱਖ ਸੁੱਖ ਦੋਏ ਦਰ ਕੱਪੜੇ। ਉਸ ਪ੍ਰਭੂ ਪਰਮਾਤਮਾ ਦੇ ਦਰ ਤੋਂ ਮਨੁੱਖ ਨੂੰ ਦੋ ਹੀ ਵਸਤਰ ਪ੍ਰਾਪਤ ਹੁੰਦੇ ਨੇ, ਇੱਕ ਗਰਮੀਆਂ ਵਾਲਾ ਤੇ ਇੱਕ ਸਰਦੀਆਂ ਵਾਲਾ। ਰੰਗ ਹੁੰਦੇ ਭਾਵੇਂ ਕਿੰਨੇ ਮਰਜ਼ੀ ਬਣਾ ਲਓ, ਤੇ ਸੀ ਕੇ ਵੀ ਉਹਨੂੰ ਜਿੰਨੇ ਤਰੀਕਿਆਂ ਦੇ ਨਾਲ ਮਰਜ਼ੀ ਬਣਾ ਲਓ, ਭਾਵੇਂ ਕਮੀਜ਼ ਪਜਾਮਾ ਬਣਾ ਲਓ, ਭਾਵੇਂ ਚੋਲਾ ਬਣਾ ਲਓ, ਭਾਵੇਂ ਕਫਨੀ ਬਣਾ ਲਓ, ਭਾਵੇਂ ਪੈਂਟ ਸ਼ਰਟ ਬਣਾ ਲਓ, ਕੱਪੜਾ ਤਾਂ ਕੱਪੜਾ ਹੀ ਰਹਿਣਾ ਹੈ। ਇਹ ਮੋਟਾ ਹੋਏਗਾ ਜਾਂ ਪਤਲਾ ਹੋਏਗਾ, ਗਰਮੀ ਵਾਲਾ ਹੋਏਗਾ ਜਾਂ ਸਰਦੀ ਵਾਲਾ ਹੋਏਗਾ, ਤੀਜੀ ਪ੍ਰਕਾਰ ਦਾ ਤਾਂ ਕੱਪੜਾ ਹੀ ਕੋਈ ਨਹੀਂ। ਇਸ ਤਰ੍ਹਾਂ ਦਾ ਕੋਈ ਕੱਪੜਾ ਨਹੀਂ ਹੈਗਾ ਕਿ ਜਿਹੜਾ ਗਰਮੀ 'ਚ ਵੀ ਪਾਇਆ ਜਾਵੇ ਤੇ ਸਰਦੀ 'ਚ ਵੀ ਪਾਇਆ ਜਾਵੇ। ਇਸੇ ਤਰ੍ਹਾਂ ਦੁੱਖ ਸੁੱਖ ਦੋਏ ਦਰ ਕੱਪੜੇ। ਦੋ ਕੱਪੜੇ ਮਨੁੱਖ ਨੂੰ ਮਿਲੇ ਨੇ, ਇੱਕ ਦੁੱਖ ਦਾ ਹੈ ਤੇ ਇੱਕ ਸੁੱਖ ਦਾ ਹੈ। ਜਿਵੇਂ ਗਰਮੀ ਵਾਲਾ ਕੱਪੜਾ ਜਿਹੜਾ ਉਹ ਕਿੰਨੇ ਰੰਗਾਂ ਦਾ ਮਰਜ਼ੀ ਹੋ ਸਕਦਾ, ਉਸੇ ਤਰ੍ਹਾਂ ਦੁੱਖ ਹੈ ਜਿਹੜਾ ਉਹ ਵੀ ਬੜੇ ਰੰਗਾਂ ਦਾ ਹੋ ਸਕਦਾ। ਧੀ ਦਾ ਦੁੱਖ ਹੋ ਸਕਦਾ, ਪੁੱਤਰ ਦਾ ਦੁੱਖ ਹੋ ਸਕਦਾ, ਪਰਿਵਾਰ ਦਾ ਦੁੱਖ ਹੋ ਸਕਦਾ, ਕਰਜ਼ੇ ਦਾ ਦੁੱਖ ਹੋ ਸਕਦਾ। ਅਨੇਕ ਪ੍ਰਕਾਰ ਦੇ ਦੁੱਖ ਦੇ ਰੰਗ ਨੇ। ਇਸੇ ਤਰ੍ਹਾਂ ਜਿਹੜਾ ਸੁੱਖ ਹੈ ਉਹ ਵੀ ਅਨੇਕ ਪ੍ਰਕਾਰ ਦਾ ਹੋ ਸਕਦਾ। ਪਰਿਵਾਰਿਕ ਸੁੱਖ ਵੀ ਹੈ, ਅਧਿਆਤਮਿਕ ਸੁੱਖ ਵੀ ਹੈ, ਸੰਸਾਰਿਕ ਸੁੱਖ ਵੀ ਹੈ। ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਤੁਮਰੀ ਕਿਰਪਾ ਤੇ ਪਾਰ ਬ੍ਰਹਮ, ਪਾਰਾਵਾਰ ਤੋਂ ਰਹਿਤ ਬ੍ਰਹਮ ਸਰੂਪ ਅਕਾਲ ਪੁਰਖ ਸੱਚੇ ਸਤਿਗੁਰੂ ਜੀ, ਤੇਰੀ ਕਿਰਪਾ ਦੇ ਨਾਲ ਦੋਖਣ ਕੋ ਨਾਸ। ਇਹ ਸੰਸਾਰ ਦੇ ਅੰਦਰ ਜਿਹੜੇ ਦੁੱਖ ਨੇ ਨਾ, ਇਹਨਾਂ ਦਾ ਨਾਸ ਹੋਵੇਗਾ। ਜੇ ਤੂੰ ਕਿਰਪਾ ਕਰੇਗਾ ਤੇ ਫਿਰ ਇਹਨਾਂ ਦਾ ਨਾਸ ਹੋਏਗਾ। ਹੁਣ ਕਿਰਪਾ ਕੀ ਹੈ? ਰਿੱਧ ਕਰ ਪ੍ਰਗਾਸ। ਸਾਡੇ ਹਿਰਦੇ ਦੇ ਅੰਦਰ, ਭਾਵ ਸਾਡੀ ਬੁੱਧੀ ਹੈ ਨਾ ਜਿਹੜੀ, ਇਹ ਤਿਵਰ ਹੋ ਜਾਵੇ, ਸਾਡੀ ਬੁੱਧੀ ਸਿਆਣੀ ਤੇ ਸਮਝ ਵਾਲੀ ਹੋ ਜਾਵੇ। ਅਸੀਂ ਉਤਨਾ ਕੁ ਬੋਲੀਏ ਜਿਤਨੇ ਬੋਲਣ ਦੇ ਨਾਲ ਸਾਨੂੰ ਦੁੱਖ ਨਾ ਲੱਗੇ। ਅਸੀਂ ਉਤਨਾ ਕੁ ਖਾਈਏ ਜਿਤਨੇ ਖਾਣ ਦੇ ਨਾਲ ਸਾਨੂੰ ਦੁੱਖ ਨਾ ਲੱਗੇ। ਬਾਬਾ ਹੋਰ ਖਾਣਾ ਖੁਸ਼ੀ ਖਵਾਰ। ਧੰਨ ਗੁਰੂ ਨਾਨਕ ਦੇਵ ਜੀ ਨੇ ਪਾਵਨ ਸ਼ਬਦ ਦੇ ਅੰਦਰ ਸਾਨੂੰ ਦੱਸਿਆ, ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਦੱਸ ਰਹੇ ਨੇ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੇ ਤਨ ਪੀੜੀਏ, ਮਨ ਮੈਂ ਚਲੇ ਵਖਾਰ। ਇਸ ਤਰ੍ਹਾਂ ਦਾ ਵੀ ਖਾਣਾ ਹੈ ਨਾ ਜਿਹੜਾ, ਇਹਦੇ ਨਾਲ ਵੀ ਘਰ ਪਰਿਵਾਰ ਦੀਆਂ ਜਿਹੜੀਆਂ ਖੁਸ਼ੀਆਂ ਨੇ ਉਹ ਖੁਆਰ ਹੋ ਜਾਂਦੀਆਂ ਨੇ, ਤੇ ਸਰੀਰ ਹੈ ਜਿਹੜਾ ਇਹ ਪੀੜਿਆ ਜਾਂਦਾ, ਭਾਵ ਦੁਖੀ ਹੁੰਦਾ ਹੈ। ਤੇ ਮਨ ਜਿਹੜਾ, ਇਹਦੇ ਵਿੱਚ ਬੁਰਾਈਆਂ ਨੇ ਜਿਹੜੀਆਂ ਇਹ ਆਉਣ ਲੱਗ ਜਾਂਦੀਆਂ ਨੇ, ਤੇ ਇਹ ਸੋਝੀ ਹੋਏਗੀ। ਗੁਰੂ ਕਿਰਪਾ ਕਰੇਗਾ ਤੇ ਫਿਰ ਇਸ ਤਰ੍ਹਾਂ ਦੇ ਖਾਣ ਤੋਂ ਆਪਾਂ ਬਚਾਂਗੇ ਨਾ। ਬਾਬਾ ਹੋਰ ਪਹਿਨਣ। ਹੁਣ ਗੁਰੂ ਮਹਾਰਾਜ ਜੀ ਪਹਿਨਣ ਦੀ ਗੱਲ ਕਰਦੇ ਨੇ ਵੀ ਤੇਰੇ ਹੇ ਸੱਚੇ ਸਤਿਗੁਰ ਜੀ, ਜਿਹੜਾ ਬਿਨਾਂ ਸੋਝੀ ਤੋਂ ਬਿਨਾਂ ਅਕਲ ਤੋਂ ਪਹਿਨਣਾ ਹੈ ਨਾ, ਇਹਦੇ ਨਾਲ ਵੀ ਦੁੱਖ ਹੀ ਹੁੰਦਾ ਹੈ। ਇਹਦੇ ਨਾਲ ਵੀ ਖੁਸ਼ੀਆਂ ਨੇ ਜਿਹੜੀਆਂ ਖੁਆਰ ਹੁੰਦੀਆਂ ਨੇ। ਤੇ ਇਹ ਸੋਝੀ ਪਹਿਨਣ ਦੀ ਤਾਂ ਹੀ ਆਏਗੀ ਨਾ ਜੇ ਮਨੁੱਖ ਦੀ ਅੰਦਰ ਬੁੱਧੀ ਤਿਵਰ ਹੋਏਗੀ, ਉਹਦੇ ਅੰਦਰ ਸੋਝੀ ਤੇ ਗਿਆਨ ਹੋਏਗਾ। ਜੇ ਅੰਦਰ ਸੋਝੀ ਤੇ ਗਿਆਨ ਹੀ ਨਹੀਂ, ਤੇ ਜੇਠ ਹਾੜ ਦੇ ਦਿਨਾਂ 'ਚ ਚੱਕ ਕੇ ਕੋਟ ਪਾ ਲਵੇ ਤੇ ਫਿਰ ਭਾਈ ਖੁਆਰ ਹੀ ਹੋਣਾ ਨਾ, ਦੁਖੀ ਹੋਣਾ ਨਾ, ਸਰੀਰ ਨੇ ਪੀੜਿਆ ਹੀ ਜਾਣਾ ਨਾ। ਸੋ ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਦਾਸ ਤੇਰੇ ਕੀ ਬੇਨਤੀ ਹੈ ਸੱਚੇ ਸਤਿਗੁਰ ਜੀ, ਅਸੀਂ ਆਪ ਜੀ ਦੇ ਦਾਸ ਹਾਂ ਤੇ ਆਪ ਜੀ ਦੇ ਅੱਗੇ ਇਹੀ ਅਰਦਾਸ ਬੇਨਤੀ ਹੈ ਕਿ ਸਾਡੀ ਬੁੱਧੀ ਹੈ ਜਿਹੜੀ, ਇਹਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋ ਜਾਵੇ, ਤਾਂ ਕਿ ਸਾਨੂੰ ਸੰਸਾਰ ਦੇ ਅੰਦਰ ਵਿਚਰਨਾ ਆ ਜਾਵੇ, ਸੰਸਾਰ ਦੇ ਅੰਦਰ ਸਾਨੂੰ ਰਹਿਣਾ ਆ ਜਾਵੇ। ਤੁਮਰੀ ਕਿਰਪਾ ਤੇ ਪਾਰ ਬ੍ਰਹਮ, ਦੋਖਣ ਕੋ ਨਾਸ। ਤੇ ਤੇਰੀ ਕਿਰਪਾ ਰਹਿਮਤ ਬਖਸ਼ਿਸ਼ ਹੋ ਜਾਵੇ, ਜਿਹੜੇ ਸੰਸਾਰ ਦੇ ਅੰਦਰ ਦੁੱਖ ਨੇ ਨਾ, ਇਹਨਾਂ ਦਾ ਵੀ ਨਾਸ ਹੋ ਜਾਵੇ ਜੀ। ਚਰਨ ਕਮਲ ਕਾ ਆਸਰਾ, ਪ੍ਰਭ ਪੁਰਖ ਗੁਣ ਤਾਸ। ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਕਮਲ ਦਾ ਆਸਰਾ ਲਿਆ ਹੈ, ਜੋ ਪ੍ਰਭੁਤਾ ਵਾਲਾ ਹੈ ਤੇ ਪੂਰਨ ਰੂਪ ਦੇ ਵਿੱਚ ਸਮਰੱਥ ਹੈ ਤੇ ਗੁਣਾਂ ਦਾ ਖਜ਼ਾਨਾ ਹੈ। ਗੁਣ ਤਾਸ ਦਾ ਅਰਥ ਹੈ ਗੁਣਾਂ ਦਾ ਖਜ਼ਾਨਾ, ਪੁਰਖ ਦਾ ਅਰਥ ਹੈ ਸਮਰੱਥ, ਪਰਿਪੂਰਨ ਰੂਪ ਦੇ ਵਿੱਚ ਸਾਡੀ ਰੱਖਿਆ ਕਰਨ ਵਾਲਾ ਪੁਰਖ। ਪੱਪਾ ਅੱਡ ਕਰ ਦਿਓ ਤੇ ਰਾਰਾ ਤੇ ਖੱਖਾ ਰੱਖ। ਰੱਖ ਦਾ ਅਰਥ ਹੁੰਦਾ ਰੱਖਿਆ ਕਰਨੀ, ਰੱਖ ਲੈਣਾ। ਤੇ ਪੱਪਾ ਜਿਹੜਾ ਇਹ ਪੂਰਨ ਤੋਂ ਲਿਆ ਗਿਆ। ਦਾਸ ਨੇ ਅੱਗੇ ਵੀ ਬੜੀ ਵਾਰੀ ਸਮਝਾਇਆ ਹੈ, ਸ਼ਬਦ ਨੇ ਜਿਹੜੇ ਇਹ ਸ਼ਬਦਾਂ ਤੋਂ ਅੱਖਰ ਲੈ ਕੇ ਨਵੇਂ ਸ਼ਬਦ ਤਿਆਰ ਕੀਤੇ ਜਾਂਦੇ ਨੇ। ਪੂਰਨ ਰੱਖਿਆ ਕਰਨ ਵਾਲਾ,
ਪੂਰਨ ਤੋਂ ਪੱਪਾ ਲੈ ਗਿਆ ਤੇ ਰੱਖਿਆ ਤੋਂ ਰੱਖ ਲੈ ਲਿਆ। ਪੁਰਖ ਪੂਰਨ ਰੂਪ ਦੇ ਵਿੱਚ ਸਾਡੀ ਰੱਖਿਆ ਕਰਨ ਵਾਲਾ। ਇਸ ਵਾਸਤੇ ਤਾਂ ਔਰਤ ਆਪਣੇ ਬੰਦੇ ਨੂੰ ਪੁਰਖ ਆਖ ਦਿੰਦੀ, ਮੇਰਾ ਪੁਰਖ ਹੈ, ਮੇਰਾ ਪਤੀ ਹੈ। ਚਰਨ ਕਮਲ ਕਾ ਆਸਰਾ, हे ਸੱਚੇ ਸਤਿਗੁਰ ਜੀ, ਆਪ ਜੀ ਦੇ ਚਰਨਾਂ ਕਮਲਾਂ ਦਾ ਸਾਡੇ ਪਾਸ ਆਸਰਾ ਹੈ। ਤੁਸੀਂ ਕਿਰਪਾ ਕਰੋ, ਆਪਣੇ ਚਰਨਾਂ ਕਮਲਾਂ ਦਾ ਸਾਨੂੰ ਆਸਰਾ ਦਿਓ। ਅਸੀਂ ਆਪ ਜੀ ਦੇ ਚਰਨਾਂ ਕਮਲਾਂ ਦਾ ਆਸਰਾ ਇਸ ਵਾਸਤੇ ਲੈ ਰਹੇ ਹਾਂ, ਪ੍ਰਭ ਤੁਸੀਂ ਪ੍ਰਭੁਤਾ ਵਾਲੇ ਹੋ, ਭਾਵ ਪ੍ਰਭਾਵਿਤ ਕਰਕੇ ਆਪਣੇ ਨਾਲ ਜੋੜ ਕੇ ਰੱਖਣ ਵਾਲੇ ਹੋ। ਪ੍ਰਭ ਦਾ ਅਰਥ ਹੁੰਦਾ ਪ੍ਰਭਾਵਿਤ ਕਰਨਾ, ਤੇ ਮਨੁੱਖ ਜਿਸ ਤੋਂ ਪ੍ਰਭਾਵਿਤ ਹੁੰਦਾ ਨਾ ਉਸ ਦੇ ਨਾਲ ਹੀ ਜੁੜਦਾ, ਜਿਸ ਤੋਂ ਪ੍ਰਭਾਵਿਤ ਨਹੀਂ ਉਸ ਦੇ ਨਾਲ ਜੁੜਦਾ ਨਹੀਂ। ਧੰਨ ਗੁਰੂ ਨਾਨਕ ਦੇਵ ਜੀ ਸੱਚੇ ਸਤਿਗੁਰ ਜਦੋਂ ਸੰਸਾਰ ਦੇ ਅੰਦਰ ਆਏ ਸਨ ਤੇ ਜਿਹੜੇ ਪ੍ਰਾਣੀ ਇਹਨਾਂ ਤੋਂ ਪ੍ਰਭਾਵਿਤ ਹੋ ਗਏ ਉਹ ਫਿਰ ਗੁਰੂ ਨਾਨਕ ਦੇਵ ਜੀ ਦੇ ਨਾਲ ਜੁੜ ਗਏ। ਜਿਹੜੇ ਨਹੀਂ ਪ੍ਰਭਾਵਿਤ ਹੋਏ ਉਹ ਵਿਛੜੇ ਰਹਿ ਗਏ, ਦੁੱਖਾਂ ਦੇ ਵਿੱਚ ਜੀਵਨ ਜਿਹੜਾ ਹੈ 84 ਦੇ ਵਿੱਚ ਪਾ ਕੇ ਰਹਿ ਗਏ। ਪ੍ਰਭ ਪੁਰਖ ਗੁਣਤਾਸ, ਸਾਨੂੰ ਪ੍ਰਭਾਵਿਤ ਕਰਕੇ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣ ਵਾਲਾ, ਪੂਰਨ ਰੂਪ ਦੇ ਵਿੱਚ ਸਾਡੀ ਰੱਖਿਆ ਕਰਨ ਦੇ ਸਮਰੱਥ। ਗੁਣ ਤਾਸ, ਗੁਣਾ ਦਾ ਖਜ਼ਾਨਾ, ਤਾਸ ਦਾ ਅਰਥ ਹੈ ਖਜ਼ਾਨਾ, ਤੇ ਗੁਣ ਗੁਣਾ ਦਾ ਖਜ਼ਾਨਾ, ਜਿੰਦੇ ਪਾਸ ਸਾਰੇ ਪ੍ਰਕਾਰ ਦੇ ਗੁਣ ਹਨ ਜੀ। ਕੀਰਤਨ ਨਾਮ ਸਿਮਰਤ ਰਹੋ, ਜਪ ਲਗ ਘਟ ਸਾਸ। ਇਸ ਤੁਕ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਜੀ ਨੇ ਸਮੂਹ ਸੰਗਤਾਂ ਨੂੰ, ਗੁਰਸਿੱਖਾਂ ਨੂੰ ਪ੍ਰੇਰਣਾ ਦਿੱਤੀ ਵੀ ਗੁਰਮੁਖ ਪਿਆਰਿਆ, ਜੇ ਤੂੰ ਚਾਹੁੰਦਾ ਨਾ ਉਸ ਪ੍ਰਭੂ ਦਾ ਦਾਸ ਬਣ ਕੇ ਤੂੰ ਉਹਦੇ ਅੱਗੇ ਅਰਦਾਸ ਬੇਨਤੀ ਜੋਦੜੀ ਕਰਕੇ ਤੇ ਆਪਣੀ ਬੁੱਧੀ ਨੂੰ ਤਿਵਰ ਕਰ ਲਵੇਂ, ਤੇਰੀ ਬੁੱਧੀ ਦੇ ਵਿੱਚ ਪ੍ਰਕਾਸ਼ ਹੋ ਜਾਵੇ। ਬੁੱਧੀ ਦੇ ਗਿਆਨ ਦੇ ਨਾਲ ਤੂੰ ਸੰਸਾਰ ਦੇ ਦੁੱਖਾਂ ਤੋਂ ਬਚਿਆ ਰਵੇਂ। ਇੱਕ ਤਾਂ ਉਸ ਪ੍ਰਭੂ ਪਰਮਾਤਮਾ ਦੇ ਚਰਨਾਂ ਕਮਲਾਂ ਦਾ ਆਸਰਾ ਹੈ, ਉਹ ਨਾ ਛੱਡੀ, ਕਿਉਂਕਿ ਉਹ ਸਮਰੱਥ ਹੈ, ਪ੍ਰਭਾਵਿਤ ਕਰਨ ਵਾਲਾ ਹੈ, ਤੇ ਸਾਰੇ ਗੁਣ ਨੇ ਜਿਹੜੇ ਉਹਦੇ ਪਾਸ ਨੇ। ਇਸ ਦੇ ਲਈ ਫਿਰ ਤੈਨੂੰ ਕਰਨਾ ਕੀ ਪਏਗਾ? ਧੰਨ ਗੁਰੂ ਅਰਜਨ ਦੇਵ ਜੀ ਦੱਸਦੇ ਨੇ, ਕੀਰਤਨ ਨਾਮ ਸਿਮਰਤ ਰਹੋ। ਕੀਰਤਨ, ਕੀਰਤ ਦਾ ਅਰਥ ਹੁੰਦਾ ਜਸ। ਕੀਰਤਨ ਜਸ ਕਰਨ ਵਾਲਾ, ਉਸ ਪ੍ਰਭੂ ਪਰਮਾਤਮਾ ਦਾ ਜਸ ਕਰਨ ਵਾਲਾ ਬਣ ਜਾ। ਨਾਮ ਤੇ ਜਸ ਕਿੰਦਾ ਕਰਨਾ ਹੈ? ਪ੍ਰਮਾਤਮਾ ਦੇ ਨਾਮ ਦਾ ਕਰਨਾ ਹੈ। ਨਾਮ ਸਿਮਰਤ, ਤੇ ਉਸ ਦੇ ਨਾਮ ਨੂੰ ਸਿਮਰਦਾ ਰਹੋ ਦਾ ਅਰਥ ਹੈ ਰਹਿ। ਉਸ ਅਕਾਲ ਪੁਰਖ ਵਾਹਿਗੁਰੂ ਦੇ ਜਸ ਨੂੰ ਕਰਦਾ ਰਹੋ, ਉਸ ਦੇ ਨਾਮ ਨੂੰ ਸਿਮਰਦਾ ਰਹੋ। ਜਬ ਲਾ ਘਟ ਸਾਸ, ਜਦੋਂ ਤੱਕ ਤੇਰੇ ਸਰੀਰ ਦੇ ਅੰਦਰ ਇਹ ਸੁਆਸ ਚੱਲ ਰਹੇ ਹਨ ਜੀ। ਰਹਾਉ ਮਾਤ ਪਿਤਾ ਬੰਦਪ ਤੂੰ ਹੈ, ਤੂੰ ਸਰਬ ਨਿਵਾਸ। ਅੱਗੇ ਧੰਨ ਗੁਰੂ ਮਹਾਰਾਜ ਜੀ ਵਿਸ਼ਰਾਮ ਲਾ ਕੇ ਕਿਰਪਾ ਕਰਦੇ ਨੇ, ਮਾਤ ਪਿਤਾ ਬੰਦਪ ਤੂੰ ਹੈ, ਤੂੰ ਹੀ ਸਾਡਾ ਮਾਤਾ ਹੈ। ਹੁਣ ਪ੍ਰਭੂ ਪਰਮਾਤਮਾ ਨੂੰ ਮਾਤਾ ਆਖਿਆ, ਗੁਰਦੇਵ ਮਾਤਾ। हे ਸੱਚੇ ਸਤਿਗੁਰ ਜੀ, ਤੁਸੀਂ ਸਾਡੇ ਮਾਤਾ ਹੋ ਤੇ ਤੁਸੀਂ ਸਾਡੇ ਪਿਤਾ ਹੋ। ਬੰਦਪ, ਤੂੰ ਹੀ ਸਾਡਾ ਸੰਬੰਧੀ ਹੈ। ਬੰਦਪ ਦਾ ਅਰਥ ਹੁੰਦਾ ਸੰਬੰਧ ਰੱਖਣ ਵਾਲਾ। ਸਾਡੀਆਂ ਰਿਸ਼ਤੇਦਾਰੀਆਂ ਨੇ, ਅਸੀਂ ਇਹਨਾਂ ਦੇ ਨਾਲ ਕਿਸੇ ਦੇ ਕਿਸੇ ਸੰਬੰਧ ਨਾਲ ਜੁੜੇ ਹਾਂ, ਭਾਵੇਂ ਉਹ ਧੀ ਦਾ ਸੰਬੰਧ ਹੈ, ਭਾਵੇਂ ਪੁੱਤਰ ਦਾ ਸੰਬੰਧ ਹੈ, ਭਾਵੇਂ ਅੱਗੇ ਤੋਂ ਅੱਗੇ ਪਤਨੀ ਦੇ ਗਾਹਾਂ ਪੇਕਿਆਂ ਦਾ ਕੋਈ ਸੰਬੰਧ ਬਣਿਆ ਹੈ, ਭੈਣਾਂ ਭਰਾਵਾਂ ਦਾ ਸੰਬੰਧ ਹੈ। ਅਸੀਂ ਬਿਨਾਂ ਸੰਬੰਧ ਤੋਂ ਕਿਸੇ ਨਾਲ ਨਹੀਂ ਜੁੜੇ। ਕਿਸੇ ਨਾ ਕਿਸੇ ਨਾਲ ਸਾਡਾ ਸੰਬੰਧ ਹੈ ਤੇ ਉਹਦਾ ਫਿਰ ਅੱਗੇ ਸੰਬੰਧ ਹੋ ਗਿਆ ਹੈ। ਜਿਵੇਂ ਬੱਚੀ ਦੇ ਨਾਲ ਸਾਡਾ ਸੰਬੰਧ ਹੈ, ਉਹ ਸਾਡੀ ਬੱਚੀ ਹੈ ਤੇ ਬੱਚੀ ਦਾ ਸੰਬੰਧ ਅੱਗੇ ਬਣ ਗਿਆ ਹੈ, ਫਿਰ ਉਹ ਬੱਚੀ ਦੇ ਸੰਬੰਧ ਦੇ ਨਾਲ ਅਸੀਂ ਅੱਗੇ ਜੁੜ ਗਏ ਹਾਂ। ਇਸ ਤਰ੍ਹਾਂ ਫਿਰ ਉਹ ਬੱਚੀ ਦੇ ਬੱਚੇ ਹੋਣਗੇ, ਉਹਨਾਂ ਦਾ ਅੱਗੇ ਸੰਬੰਧ ਹੋ ਜਾਏਗਾ, ਉਹਨਾਂ ਨਾਲ ਜੁੜ ਜਾਵਾਂਗੇ। ਇਹਨਾਂ ਨੂੰ ਬੰਧਪ ਆਖਿਆ ਗਿਆ। ਬੰਧਪ ਦਾ ਅਰਥ ਹੁੰਦਾ ਬੰਨੇ ਹੋਏ। ਅਸਲ ਵਿੱਚ ਬੰਧਨ ਦਾ ਅਰਥ ਹੈ ਬੰਨੇ ਹੋਏ ਹਾਂ ਅਸੀਂ। ਕਿਤੇ ਧੀ ਕਰਕੇ ਬੱਝੇ ਹੋਏ ਹਾਂ ਉਸ ਪਰਿਵਾਰ ਦੇ ਨਾਲ, ਕਿਤੇ ਪੁੱਤਰ ਕਰਕੇ ਬੱਝੇ ਹੋਏ ਹਾਂ ਉਸ ਪਰਿਵਾਰ ਦੇ ਨਾਲ, ਕਿਤੇ ਸੰਸਾਰਿਕ ਕਿੱਤਿਆਂ ਕਰਕੇ ਅਸੀਂ ਬੱਝੇ ਹੋਏ ਹਾਂ ਇੱਕ ਦੂਜੇ ਦੇ ਨਾਲ। ਮਾਤ ਪਿਤਾ ਬੰਧਪ ਤੂੰ ਹੈ। हे ਸੱਚੇ ਸਤਿਗੁਰ ਜੀ, ਸਾਡੀ ਮਾਤਾ ਵੀ ਤੂੰ ਹੈ ਤੇ ਪਿਤਾ ਵੀ ਤੂੰ ਹੈ ਤੇ ਸਾਡਾ ਬੰਧ ਵੀ ਤੂੰ ਹੈ। ਇਹਦੇ ਤੋਂ ਭਾਵ ਇਹ ਹੈ ਵੀ ਸਾਡੇ ਵਾਸਤੇ ਸਭ ਤੋਂ ਸਿਰ ਮੋਰ ਤੁਸੀਂ ਹੋ। ਸਾਡੇ ਨਾਨਕੇ ਵੀ ਤੁਸੀਂ ਹੋ ਤੇ ਸਾਡੇ ਦਾਦਕੇ ਵੀ ਤੁਸੀਂ ਹੋ। ਜਦੋਂ ਮਨੁੱਖ ਦੇ ਅੰਦਰ ਵਿਰਾਗ ਆ ਜਾਂਦਾ ਨਾ ਤੇ ਫਿਰ ਉਹਦੇ ਸਾਰੇ ਹੀ ਛੁੱਟ ਜਾਂਦੇ ਨੇ। ਹੁਣ ਮੈਂ ਖੁਲਾਸਾ ਕਰ ਹੀ ਦਿਆਂ, ਜਦੋਂ ਮਨੁੱਖ ਦੇ ਅੰਦਰ ਵਿਰਾਗ ਆ ਜਾਂਦਾ ਫਿਰ ਉਹਦੇ ਨਾਨਕੇ ਦਾਦਕੇ ਗੁਰੂ ਹੀ ਬਣ ਜਾਂਦਾ। ਵਿਰਾਗ ਕਰਕੇ ਜਿਹਦੇ ਨਾਲ ਰਾਗ ਹੋ ਜਾਂਦਾ, ਜਿਹਦੇ ਨਾਲ ਜੁੜੋ ਜਣ ਜਾਂਦਾ ਨਾ,
ਸਾਰਾ ਕੁਝ ਉਹੀ ਬਣ ਜਾਂਦਾ। ਹੁਣ ਧੰਨ ਗੁਰੂ ਅਰਜਨ ਦੇਵ ਜੀ ਇੱਥੇ ਇਹ ਆਖ ਰਹੇ ਨੇ ਵੀ ਤੁਸੀਂ ਸਾਡੇ ਮਾਤਾ ਪਿਤਾ, ਭਾਵ ਹੁਣ ਸਾਨੂੰ ਕਿਸੇ ਹੋਰ ਦੇ ਨਾਲ ਕੋਈ ਸੰਬੰਧ ਨਹੀਂ ਸਾਡਾ, ਨਾ ਮਾਤਾ ਦੇ ਕਰਕੇ ਅਸੀਂ ਨਾਨਕਿਆਂ ਦੇ ਨਾਲ ਬੱਝੇ ਹੋਏ ਹਾਂ, ਅਤੇ ਨਾ ਪਿਤਾ ਕਰਕੇ ਅਸੀਂ ਦਾਦਕਿਆਂ ਦੇ ਨਾਲ ਬੱਝੇ ਹੋਏ ਹਾਂ, ਅਤੇ ਨਾ ਹੀ ਕਿਸੇ ਹੋਰ ਪ੍ਰਕਾਰ ਦੇ ਜਿਹੜੇ ਸੰਸਾਰਿਕ ਕਿੱਤਿਆਂ ਦੇ ਬੰਧਨ ਨੇ ਉਹਨਾਂ ਨਾਲ ਵੀ ਨਹੀਂ ਬੱਝੇ। ਤੂੰ ਹੈ ਹੁਣ ਸਾਡੇ ਲਈ ਕੇਵਲ ਤੇ ਕੇਵਲ ਤੂੰ ਹੀ ਹੋ ਗਿਆ ਹੈ। ਤੂੰ ਸਰਬ ਨਿਵਾਸ, ਤੂੰ ਹੀ ਇਹਨਾਂ ਸਾਰਿਆਂ ਦੇ ਵਿੱਚ ਵਾਸਾ ਕਰਦਾ ਹੈ। ਤੂੰ ਸਰਬ ਨਿਵਾਸ, ਨਿਵਾਸ ਦਾ ਅਰਥ ਹੁੰਦਾ ਵਾਸਾ ਕਰਨਾ ਇਹਨਾਂ ਸਾਰਿਆਂ ਦੇ ਵਿੱਚ। ਹੈ ਸੱਚੇ ਸਤਿਗੁਰੂ ਜੀ ਤੇਰਾ ਹੀ ਵਾਸਾ ਹੈ। ਸਾਨੂੰ ਮਾਤਾ ਦੇ ਵਿੱਚ ਵੀ, ਪਿਤਾ ਦੇ ਵਿੱਚ ਵੀ, ਤੇ ਸਾਕ ਸੰਬੰਧੀਆਂ ਦੇ ਵਿੱਚ ਵੀ ਹੁਣ ਤੇਰਾ ਹੀ ਰੂਪ ਦਿਸਦਾ ਹੈ ਜੀ। ਤੁਸੀਂ ਇਹਨਾਂ ਸਾਰਿਆਂ ਦੇ ਵਿੱਚ ਵਸ ਰਹੇ ਹੋ। ਨਾਨਕ ਪ੍ਰਭ ਸਰਣਾਗਤੀ ਜਾਕੋ ਨਿਰਮਲ ਜਸ। ਧੰਨ ਗੁਰੂ ਨਾਨਕ ਦੇਵ ਜੀ ਰਹਿਮਤ ਕਰਦੇ ਨੇ, ਹੇ ਪ੍ਰਭੂ ਪਰਮਾਤਮਾ, ਅਸੀਂ ਆਪ ਜੀ ਦੀ ਸ਼ਰਨ ਦੇ ਵਿੱਚ ਆਏ ਹਾਂ। ਆਪ ਜੀ ਦਾ ਜਿਹੜਾ ਜਸ ਹੈ ਨਾ, ਇਹ ਬੜਾ ਪਵਿੱਤਰ ਹੈ। ਨਿਰਮਲ, ਨਿਰ ਦਾ ਅਰਥ ਹੁੰਦਾ ਨਹੀਂ, ਤੇ ਮਲ ਦਾ ਅਰਥ ਹੁੰਦਾ ਮੈਲ। ਨਿਰਭਉ, ਇਹ ਕਈ ਸ਼ਬਦ ਨੇ, ਉਹਨਾਂ ਦੇ ਅੱਗੇ ਵੱਖਰਾ ਅੱਖਰ ਲੱਗਣ ਕਰਕੇ ਨਾ ਉਹਨਾਂ ਦਾ ਅਰਥ ਬਣ ਜਾਂਦਾ ਹੈ। ਕਈ ਸ਼ਬਦ ਨੇ ਉਹਨਾਂ ਦੇ ਅੱਗੇ, ਇਹਨਾਂ ਨੂੰ ਅਗੇਤਰ ਤੇ ਪਿਛੇਤਰ ਆਖਿਆ ਜਾਂਦਾ। ਅਗੇਤਰ ਅੱਖਰ ਤੇ ਪਿਛੇਤਰ, ਜਿਹੜਾ ਕੋਈ ਪੰਜਾਬੀ ਪੜ੍ਹਿਆ ਨਾ, ਕੋਈ 8-10 ਜਮਾਤਾਂ ਜਿਹਨੇ ਵਿਆਕਰਨ ਪੜ੍ਹੀ ਉਹਨੂੰ ਬੜੀ ਸਮਝ ਆ ਜਾਣੀ ਹੈ। ਕੁਝ ਸ਼ਬਦ ਨੇ ਉਹ ਅਗੇਤਰ ਲੱਗ ਕੇ ਅਰਥ ਬਦਲਦੇ ਨੇ, ਕੁਝ ਸ਼ਬਦ ਨੇ ਉਹ ਪਿਛੇਤਰ ਲੱਗ ਕੇ ਅਰਥ ਬਦਲਦੇ ਨੇ। ਇਹ ਹੁਣ ਅਗੇਤਰ ਸ਼ਬਦ ਨੇ। ਨੇਰੇ ਨਾ ਜਿਹੜਾ ਨਿਰ, ਆੜਾ, ਦੱਦਾ, ਇਹ ਅਗੇਤਰ ਸ਼ਬਦ ਨੇ। ਮੈਂ ਇੱਧਰਲੇ ਪਾਸੇ ਨਾ ਹੀ ਜਾਵਾਂ ਕਿਉਂਕਿ ਇਹ ਵਿਆਕਰਨ ਨੇ ਤੇ 9 ਪ੍ਰਕਾਰ ਦੀ ਇਹਨੂੰ ਸਮਝਣਾ ਤੇ ਸਮਝਾਉਣਾ ਜਿਹੜਾ ਇਹ ਥੋੜ੍ਹਾ ਜਿਹਾ ਵੱਖਰੇਵੇਂ ਜੇ ਢੰਗ ਵਾਲਾ ਹੈ। ਸਿਰਫ ਇੰਨਾ ਹੀ ਸਮਝ ਲਈਏ ਵੀ ਨਿਰ ਸ਼ਬਦ ਹੈ ਜਿਹੜਾ ਇਹ ਅਗੇਤਰ ਸ਼ਬਦ ਹੈ, ਤੇ ਜਿਹਦੇ ਨਾਲ ਇਹ ਲੱਗ ਜਾਂਦਾ ਨਾ ਉਹ ਸ਼ਬਦ ਦਾ ਅਰਥ ਹੈ ਫਿਰ ਉਹ ਨਕਾਰਾਤਮਕ ਹੋ ਜਾਂਦਾ, ਨੈਗੇਟਿਵ ਹੋ ਜਾਂਦਾ, ਨਹੀਂ ਵਾਲੇ ਪਾਸੇ ਚਲਾ ਜਾਂਦਾ। ਜਿਵੇਂ ਨਿਰਭਉ, ਭੈ ਤੋਂ ਰਹਿਤ, ਨਿਰਵੈਰ, ਵੈਰ ਤੋਂ ਰਹਿਤ। ਇਸੇ ਤਰ੍ਹਾਂ ਨਿਰਮਲ, ਮੈਲ ਤੋਂ ਰਹਿਤ। ਜਾ ਕੋ ਨਿਰਮਲ ਜਾਸ, ਹੈ ਸੱਚੇ ਸਤਿਗੁਰੂ ਜੀ, ਆਪ ਜੀ ਦਾ ਜਿਹੜਾ ਜਸ ਹੈ ਨਾ, ਇਹ ਬੜਾ ਪਵਿੱਤਰ ਹੈ। ਹੁਣ ਨਿਰਮਲ ਦਾ ਅਰਥ ਹੋ ਗਿਆ ਪਵਿੱਤਰ। ਇਹਦੇ ਵਿੱਚ ਕੋਈ ਵੀ ਮੈਲ ਨਹੀਂ, ਕਿਸੇ ਤਰ੍ਹਾਂ ਦੀ ਵੀ ਮੈਲ ਨਹੀਂ। ਆਪ ਜੀ ਦਾ ਜਸ ਜਿਹੜਾ ਵੀ ਗੁਰਮੁਖ ਪਿਆਰਾ ਕਰਦਾ ਹੈ, ਉਹਦੇ ਅੰਦਰ ਦੀ ਮੈਲ ਵੀ ਆਪ ਕੱਟ ਦਿੰਦੇ ਹੋ ਜੀ। ਬਿਲਾਵਲ ਮਹੱਲਾ ਪੰਜਵਾ। ਸਰਬ ਸਿੱਧ ਹਰਿ ਗਾਈਐ, ਸਭ ਭਲਾ ਮਨਾਵੈ। ਇਹ ਪਾਵਨ ਸ਼ਬਦ ਜਿਸ ਦੀਆਂ ਆਪਾਂ ਹੁਣ ਵਿਚਾਰਾਂ ਪ੍ਰਾਰੰਭ ਕਰਨ ਲੱਗੇ ਹਾਂ, ਕਿਉਂਕਿ 2-2 ਪੌੜੀਆਂ ਦੇ ਸ਼ਬਦ ਨੇ, ਤੇ ਪਹਿਲੇ ਸ਼ਬਦ ਦੀਆਂ 2 ਪੌੜੀਆਂ ਸੰਪੰਨ ਹੋਈਆਂ ਨੇ, ਦੂਸਰਾ ਸ਼ਬਦ ਪ੍ਰਾਰੰਭ ਹੈ। ਇਹਦੇ ਵਿੱਚ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰੂ ਨੇ ਗੁਰਸਿੱਖ ਦੀ ਵਡਿਆਈ ਕੀਤੀ ਹੈ। ਪਹਿਲਾ ਸ਼ਬਦ ਹੈ ਜਿਹੜਾ, ਉਹਦੇ ਵਿੱਚ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰੂ ਨੇ ਉਸ ਪ੍ਰਭੂ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਜੋਦੜੀ ਜਿਹੜੀ ਉਹ ਕੀਤੀ, ਉਸ ਦੀ ਵਡਿਆਈ ਕੀਤੀ ਹੈ ਵੀ ਤੇਰੀ ਕਿਰਪਾ ਹੋ ਜਾਵੇ ਤੇ ਸਾਡੀ ਅੰਦਰ ਦੀ ਬੁੱਧੀ ਜਿਹੜੀ ਹੈ ਨਾ ਉਹ ਪ੍ਰਕਾਸ਼ ਹੋ ਜਾਵੇ। ਤੇ ਹੁਣ ਦੂਜੇ ਸ਼ਬਦ ਦੇ ਅੰਦਰ ਜਿਹੜੇ ਗੁਰਮੁਖ ਪਿਆਰੇ ਦੀ ਬੁੱਧੀ ਵਿੱਚ ਪ੍ਰਕਾਸ਼ ਹੋ ਗਿਆ, ਗੁਰੂ ਨੇ ਅਰਦਾਸ ਸੁਣ ਲਈ, ਉਹਦੀ ਵਡਿਆਈ ਕੀਤੀ ਹੈ। ਮੈਂ ਇੱਕ ਵਾਰੀ ਫਿਰ ਨਾ ਦੱਸ ਦਿਆਂ। ਪਹਿਲਾ ਸ਼ਬਦ ਜੋ ਆਪਾਂ ਨੇ ਵਿਚਾਰਿਆ ਹੈ, ਇਸ ਸ਼ਬਦ ਦੇ ਅੰਦਰ ਧੰਨ ਗੁਰੂ ਜੀ ਨੇ ਰਹਿਮਤ ਕੀਤੀ ਹੈ, ਕਿਰਪਾ ਕੀਤੀ ਹੈ। ਸਾਨੂੰ ਇਹ ਦੱਸਿਆ ਸੀ ਵੀ ਉਸ ਪਰਮਾਤਮਾ ਦੇ ਅੱਗੇ ਅਰਦਾਸ ਕਰਕੇ ਅੰਦਰ ਦਾ ਦੀਵਾ ਹੈ ਨਾ ਜਿਹੜਾ, ਇਹ ਜਗਾ ਲੈਣਾ ਚਾਹੀਦਾ ਹੈ। ਜਦੋਂ ਅੰਦਰ ਦਾ ਦੀਵਾ ਜਗ ਜਾਵੇ ਤੇ ਫਿਰ ਬਾਹਰੀ ਜਿਹੜਾ ਸੰਸਾਰਿਕ ਗਿਆਨ ਹੈ ਨਾ, ਇਹ ਸੋਝੀ ਆ ਜਾਂਦੀ ਹੈ ਵੀ ਅਸੀਂ ਸਮਾਜ ਦੇ ਵਿੱਚ ਰਹਿਣਾ ਤੇ ਕਿਵੇਂ ਰਹਿਣਾ ਹੈ। ਸਾਡਾ ਰਹਿਣ ਸਹਿਣ ਦਾ ਜਿਹੜਾ ਢੰਗ ਹੈ ਨਾ, ਇਹ ਬਦਲ ਜਾਂਦਾ। ਜਿਨ੍ਹਾਂ ਦੇ ਅੰਦਰ ਦਾ ਦੀਵਾ ਜਗ ਜਾਂਦਾ ਨਾ, ਉਹਨਾਂ ਦੀ ਰਹਿਣੀ ਬਹਿਣੀ ਤੇ ਸਹਿਣੀ ਹੈ ਨਾ ਜਿਹੜੀ, ਇਹਦੇ ਵਿੱਚ ਬੜਾ ਵਖਰੇਵਾਪਣ ਆ ਜਾਂਦਾ ਹੈ। ਆਪ ਜੀ ਨੇ ਇੱਕ ਮਹਾਨ ਵਿਦਵਾਨ ਗਿਆਨੀ ਕੌਰ ਸਿੰਘ ਨਿਹੰਗ ਸਨ, ਤੇ ਇਹ ਬੜੇ ਵਿਦਵਾਨ ਸਨ। ਸ੍ਰੀਨਗਰ 6ਵੇਂ ਪਾਤਸ਼ਾਹ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਗੁਰਦੁਆਰਾ ਹੈ, ਜਿੱਥੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇੱਕ ਬਜ਼ੁਰਗ ਮਾਈ ਨੂੰ ਦਰਸ਼ਨ ਦੇਣ ਵਾਸਤੇ ਗਏ ਸਨ।
ਇਸ ਮਾਈ ਦੀ ਤਮੰਨਾ ਇਹ ਸੀ ਵੀ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਹਰਗੋਬਿੰਦ ਸਾਹਿਬ ਮੇਰੇ ਘਰ ਆਉਣ। ਮੇਰਾ ਸਰੀਰ ਬੜਾ ਬਿਰਧ ਹੈ, ਮੈਂ ਚੱਲ ਕੇ ਜਾ ਨਹੀਂ ਸਕਦੀ ਤੇ ਦਰਸ਼ਨਾਂ ਦੀ ਬੜੀ ਚਾਹਨਾ। ਤੇ ਇਹਨੇ ਨਾ ਆਪਣੇ ਹੱਥਾਂ ਦੇ ਨਾਲ ਸੋਹਣਾ ਵਸਤਰ ਤਿਆਰ ਕੀਤਾ ਸੀ ਗੁਰੂ ਮਹਾਰਾਜ ਜੀ ਵਾਸਤੇ, ਖੱਦਰ ਦਾ। ਉਦੋਂ ਖੱਦਰ ਨੂੰ ਲੋਕ ਬੜਾ ਪਸੰਦ ਕਰਦੇ ਸਨ। ਤੇ ਸ੍ਰੀਨਗਰ ਪਹਾੜਾਂ ਦੇ ਵਿੱਚ ਜਦੋਂ ਆਪਾਂ ਹੇਮਕੁੰਟ ਸਾਹਿਬ ਨੂੰ ਜਾਂਦੇ ਹਾਂ, ਰਸਤੇ ਵਿੱਚ ਆਉਂਦਾ ਹੈ, ਕਈ ਵਾਰੀ ਇੱਥੇ ਠਾਹਰ ਵੀ ਕੀਤੀ ਜਾਂਦੀ ਹੈ। ਸੋ ਇਹ ਮਾਈ ਹੈ ਜਿਹੜੀ ਇਹਦੀ ਇੱਛਾ ਨੂੰ ਪੂਰੀਆਂ ਕਰਨ ਵਾਸਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸੱਚੇ ਸਤਿਗੁਰ ਜਦੋਂ ਗਏ ਤੇ ਉੱਥੇ ਜਾ ਕੇ ਮਾਈ ਤੋਂ ਗੁਰੂ ਮਹਾਰਾਜ ਜੀ ਨੇ ਇਹ ਵਸਤਰ ਵੀ ਲਏ ਤੇ ਇਹਨੂੰ ਦਰਸ਼ਨ ਦੇ ਕੇ ਕਰਤਾਰਥ ਵੀ ਕੀਤਾ। ਇਹਦਾ ਜੀਵਨ ਹੈ ਜਿਹੜਾ ਇਹ ਵੀ ਸਫਲਾ ਹੋ ਗਿਆ। ਸੋ ਇੱਥੇ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਦਾ ਜੋ ਪਾਵਨ ਪ੍ਰਸੰਗ ਹੈ ਇਹ ਇਹੀ ਹੈ ਵੀ ਜਿਨ੍ਹਾਂ ਦੇ ਅੰਦਰ ਦੀਵਾ ਜਗ ਗਿਆ, ਜਿਨ੍ਹਾਂ ਦੇ ਅੰਦਰ ਗਿਆਨ ਆ ਗਿਆ, ਸੋਝੀ ਆ ਗਈ ਹੈ, ਜਿਨ੍ਹਾਂ ਨੂੰ ਸੰਸਾਰ ਦੇ ਅੰਦਰ ਜਿਉਣ ਦਾ ਤਰੀਕਾ ਆ ਗਿਆ ਹੈ, ਉਹ ਗੁਰਮੁਖ ਪਿਆਰੇ ਜਿਹੜੇ ਨੇ ਜਦੋਂ ਇਸ ਤਰੀਕੇ ਦੇ ਨਾਲ ਜਾਗਦੇ ਨੇ ਤੇ ਫਿਰ ਗੁਰੂ ਉਹਨਾਂ ਤੇ ਕਿਰਪਾ ਕਰਦਾ। ਸਰਬ ਸਿੱਧ ਹਰ ਨਾਮ ਸਭ ਭਲਾ ਮਨਾਵੇ। ਸਰਬ ਸਿੱਧ ਹਰ, ਸਾਰੀਆਂ ਸਿੱਧੀਆਂ ਨੇ ਜਿਹੜੀਆਂ ਉਹ ਹਰੀ ਗਾਈਏ। ਜਦੋਂ ਹਰੀ ਨੂੰ ਗਾਈਦੀਆਂ ਉਦੋਂ ਪ੍ਰਾਪਤ ਹੁੰਦੀਆਂ ਨੇ। ਸਭ ਭਲਾ ਮਨਾਵੇ। ਦਾਸ ਬੇਨਤੀ ਕਰ ਰਿਹਾ ਸੀ ਪਹਿਲੇ ਸ਼ਬਦ ਦੇ ਅੰਦਰ, ਅੰਦਰ ਦਾ ਦੀਵਾ ਜਗਾਉਣਾ ਹੈ। ਗੁਰੂ ਮਹਾਰਾਜ ਜੀ ਨੇ ਸਾਨੂੰ ਗਿਆਨ ਦਿੱਤਾ, ਸੋਝੀ ਦਿੱਤੀ ਹੈ। ਜਿਵੇਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਸ ਮਾਈ ਦਾ ਜਾ ਕੇ ਅੰਦਰਲਾ ਦੀਵਾ ਜਗਾਇਆ। ਹੁਣ ਦੂਜੇ ਸ਼ਬਦ ਦੇ ਵਿੱਚ ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਜਿਨ੍ਹਾਂ ਦਾ ਅੰਦਰ ਦਾ ਦੀਵਾ ਜਗ ਗਿਆ ਉਹਨਾਂ ਦੀ ਅਵਸਥਾ ਦੱਸਦੇ ਨੇ ਵੀ ਕਿੰਨੀ ਉੱਚੀ ਤੇ ਸੁੱਚੀ ਉਹਨਾਂ ਦੀ ਸੰਸਾਰ ਦੇ ਅੰਦਰ ਅਵਸਥਾ ਹੋ ਜਾਂਦੀ ਹੈ। ਦੁਨੀਆ ਦੇ ਵਿੱਚ ਉਹਨਾਂ ਦੀ ਰਹਿਣੀ ਬਹਿਣੀ ਸਹਿਣੀ ਤੋਂ ਉਹ ਫੜੇ ਜਾਂਦੇ ਨੇ। ਵੈਸੇ ਤਾਂ ਆਪਣੇ ਆਪ ਨੂੰ ਲੁਕਾਉਂਦੇ ਹੋਣਗੇ, ਪਰ ਉਹਨਾਂ ਦਾ ਸੰਸਾਰ ਦੇ ਅੰਦਰ ਜਿਹੜਾ ਵਿਚਰਨ ਹੈ ਨਾ, ਉਹਦੇ ਤੋਂ ਫਿਰ ਉਹ ਫੜੇ ਜਾਂਦੇ ਨੇ ਵੀ ਇਹ ਦੁਨੀਆ ਵਾਂਗੂ ਨਹੀਂ ਜੀ ਰਿਹਾ। ਸਰਬ ਸਿੱਧ ਹਰ ਗਾਈਏ। ਸਾਰੀਆਂ ਸਿੱਧੀਆਂ ਦੀ ਪ੍ਰਾਪਤੀ ਹਰੀ ਪਰਮਾਤਮਾ ਨੂੰ ਗਾਣ ਕਰਕੇ ਮਿਲਦੀ ਹੈ। ਸਭ ਭਲਾ ਮਨਾਵਹਿ, ਤੇ ਇਹਦੇ ਨਾਲ ਸਾਰਿਆਂ ਦਾ ਹੀ ਭਲਾ ਮਨਾਉਣਾ ਹੈ। ਜੇ ਰੱਬ ਰੱਬ ਕਰੀ ਗਿਆ ਤੇ ਦੂਜਿਆਂ ਦਾ ਬੁਰਾ ਸੋਚੀ ਗਿਆ ਤੇ ਫਿਰ ਗੁਰੂ ਮਹਾਰਾਜ ਜੀ ਦੀ ਬਾਣੀ ਦੇ ਅੰਦਰ ਫਰਮਾਨ ਹੈ, ਜਿਸ ਦੇ ਅੰਦਰ ਤਾਤ ਪਰਾਈ ਹੋਏ। ਭਾਈ ਜਿੰਦੇ ਅੰਦਰ ਦੂਜਿਆਂ ਦਾ ਬੁਰਾ ਹੈ ਨਾ, ਤਾਤ ਦਾ ਅਰਥ ਹੁੰਦਾ ਬੁਰਾ ਸੋਚਣਾ। ਤਿਸ ਦਾ ਕਦੇ ਨਾ ਹੋਈ ਭਲਾ, ਉਸ ਦਾ ਕਦੇ ਭਲਾ ਹੋ ਹੀ ਨਹੀਂ ਸਕਦਾ। ਗੁਰ ਪਿਰ ਹਾਮੀ ਤਾਂ ਪਰੇ, ਜਾਂ ਮੁਰਦਾਰ ਨਾ ਖਾਏ। ਗੁਰੂ ਏ ਤੇ ਪੀਰ ਏ, ਇਹ ਤਾਂ ਸਾਡੀ ਅਗਵਾਈ ਦੇਣਗੇ ਜੇ ਅਸੀਂ ਮੁਰਦਾਰ ਨਹੀਂ ਖਾਂਦੇ। ਮੁਰਦਾਰ ਕਹਿੰਦੇ ਨੇ ਮੁਰਦੇ ਨੂੰ, ਤੇ ਮੁਰਦਾਰ ਹੈ ਜਿਹੜਾ ਇਹ ਤਾਂ ਖਾਧਾ ਜਾਂਦਾ ਜੇ ਕਿਸੇ ਨੂੰ ਅਸੀਂ ਧੋਖੇ ਦੇ ਨਾਲ ਮਾਰਾਂਗੇ ਤਾਂ। ਐਵੇਂ ਤਾਂ ਮਾਰਿਆ ਨਹੀਂ ਜਾਂਦਾ। ਕਿੰਦਾ ਜੀ ਕਰਦਾ, ਕਿਹੜਾ ਸਾਡੇ ਕੋਲ ਆ ਜਾਏਗਾ ਲੈ ਮੈਨੂੰ ਮਾਰ ਕੇ ਖਾ ਲਾ, ਇਹਨੂੰ ਧੋਖੇ ਨਾਲ ਮਾਰਿਆ ਜਾਏਗਾ। ਸ਼ਿਕਾਰ ਹੈ ਜਿਹੜਾ ਇਹ ਸਾਹਮਣੇ ਲੜ ਕੇ ਨਹੀਂ ਕੀਤਾ ਜਾਂਦਾ, ਭੱਜੇ ਜਾਂਦੇ ਨੂੰ ਧੋਖੇ ਦੇ ਨਾਲ ਮਾਰਿਆ ਜਾਂਦਾ, ਜਾਂ ਕਿਤੇ ਫਾਹੀ ਲਾ ਕੇ ਫੜੇ ਜਾਂਦੇ ਨੇ। ਰੋ ਵਿਚਾਰ। ਸਰਬ ਸਿੱਧ ਹਰ ਗਾਈਏ। ਸਾਰੀਆਂ ਸਿੱਧੀਆਂ ਹਰੀ ਵਾਹਿਗੁਰੂ ਦਾ ਜਸ ਗਾਇਨ ਕਰਨ ਕਰਕੇ ਪ੍ਰਾਪਤ ਹੁੰਦੀਆਂ ਨੇ। ਤੇ ਨਾਲ ਹੀ ਗੁਰੂ ਮਹਾਰਾਜ ਜੀ ਨੇ ਪਰਹੇਜ ਦੱਸ ਦਿੱਤਾ। ਜਿਹੜਾ ਸਿਆਣਾ ਡਾਕਟਰ ਹੁੰਦਾ ਨਾ, ਉਹਦੀ ਸਭ ਤੋਂ ਵੱਡੀ ਜਿਹੜੀ ਸਿਫਤ ਹੈ ਨਾ, ਉਹ ਇਹੀ ਹੁੰਦੀ ਹੈ, ਉਹ ਪਹਿਲੂ ਕਹਿੰਦਾ ਵੀ ਮੈਂ ਤੈਨੂੰ ਦਵਾਈ ਦੇਣ ਲੱਗਾ, ਤੂੰ ਆਹ ਕੰਮ ਕਰ ਲੇਗਾ, ਆਹ ਚੀਜ਼ਾਂ ਛੱਡ ਲੇਗਾ। ਜਿਵੇਂ ਮੇਰੇ ਅੰਦਰ ਕੋਲੈਸਟਰੋਲ ਬਣਦਾ ਹੈ, ਦੋ ਰੋਗਾਂ ਦਾ ਮਰੀਜ਼ ਆ ਮੈਂ, ਕੋਲੈਸਟਰੋਲ ਵੀ ਤੇ ਸ਼ੂਗਰ ਵੀ ਹੈ। ਜਦੋਂ ਡਾਕਟਰ ਕੋਲ ਦਵਾਈ ਲਈਦੀ, ਉਹ ਕਹਿੰਦਾ ਤੂੰ ਤਲੀਆਂ ਚੀਜ਼ਾਂ ਤੇ ਨਹੀਂ ਖਾਂਦਾ, ਜਿਵੇਂ ਪਕੌੜੇ ਆ ਗਏ, ਜਲੇਬੀਆਂ ਆ ਗਈਆਂ, ਹੋਰ ਤਲੀਆਂ ਚੀਜ਼ਾਂ ਜਿਹੜੀਆਂ ਤੇਲ ਦੇ ਵਿੱਚ ਤਲ ਕੇ ਬਣਦੀਆਂ ਨੇ, ਪੂੜੀਆਂ ਆਦਿ, ਇਹ ਤਾਂ ਨਹੀਂ ਖਾਂਦਾ। ਜੇ ਖਾਣਾ ਤੇ ਫਿਰ ਸਾਡੀ ਦਵਾਈ ਨੇ ਕੰਮ ਕੋਈ ਨਹੀਂ ਕਰਨਾ। ਪਰਹੇਜ ਪਹਿਲੂ ਦੱਸ ਦਿੰਦੇ ਨੇ। ਇਸੇ ਤਰ੍ਹਾਂ ਤੂੰ ਮਿੱਠੀਆਂ ਚੀਜ਼ਾਂ ਤੇ ਨਹੀਂ ਖਾਂਦਾ, ਜੇ ਖਾਣਾ ਤੇ ਫਿਰ ਗੋਲੀਆਂ ਕੰਮ ਨਹੀਂ ਕਰਦੀਆਂ। ਸੋ ਧੰਨ ਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ, ਸਾਨੂੰ ਪਰਹੇਜ ਦੱਸਦੇ ਨੇ। ਸਭ ਭਲਾ ਮਨਾਵਹਿ, ਸਾਰਿਆਂ ਦਾ ਭਲਾ ਮਨਾਉਣਾ ਹੈ, ਕਿਸੇ ਦਾ ਬੁਰਾ ਨਾ। ਜਿਹੜਾ ਬੁਰੇ ਦਾ ਵੀ ਬੁਰਾ ਨਹੀਂ। ਬਾਬਾ ਫਰੀਦ ਜੀ ਨੇ ਵੀ ਬੜਾ ਸੁੰਦਰ ਖੁਲਾਸਾ ਕੀਤਾ ਹੈ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹਟਾਏ। ਜਿਹੜਾ ਬੁਰਾ ਹੈ ਨਾ, ਉਹਦਾ ਵੀ ਭਲਾ ਕਰ, ਤੇ ਉਹਦੀ ਕੀਤੀ ਹੋਈ ਬੁਰਾਈ ਦਾ ਜਿਹੜਾ ਤੇਰੇ ਅੰਦਰ ਗੁੱਸਾ ਹੈ ਨਾ, ਉਹਨੂੰ ਮਨ ਕਰਕੇ ਹੰਡਾਉਣਾ ਨਾ ਕਰ। ਭਾਵ ਮਨ ਦੇ ਵਿੱਚ ਉਹਦੀ ਕੀਤੀ ਹੋਈ ਬੁਰਾਈ ਦਾ ਗੁੱਸਾ ਵੀ ਨਾ ਲੈ ਕੇ ਆਏ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹਟਾਏ। ਦੇਹੀ ਰੋਗ ਨਾ ਲੱਗਈ। ਇਹ ਵੇਖੀ ਤੇਰੇ ਸਰੀਰ ਨੂੰ ਰੋਗ ਵੀ ਨੂੰ ਲੱਗਣਾ।
ਪੱਲੇ ਸਭ ਕੁਛ ਪਾਏ, ਤੇਰੇ ਸਾਰਾ ਕੁਝ ਹੀ ਪੱਲੇ ਪੈ ਜਾਣਾ ਹੈ। ਭਾਵ ਜਿਹੜੇ ਵਕਾਰ ਨੇ ਨਾ, ਇਹ ਰੋਗ ਮੰਨੇ ਗਏ ਨੇ। ਜਿਹੜੇ ਵਕਾਰ ਨੇ, ਕ੍ਰੋਧ ਵਕਾਰ ਹੈ, ਹੰਕਾਰ ਵਕਾਰ ਹੈ, ਇਹ ਨਹੀਂ ਤੈਨੂੰ ਲੱਗੇਗਾ, ਇਹਦੇ ਤੋਂ ਤੂੰ ਬਚ ਰਹੇਗਾ। ਪੱਲੇ ਸਭ ਕੁਝ ਪਾਏ, ਤੇਰੇ ਸਾਰਾ ਕੁਝ ਪੱਲੇ ਵੀ ਪੈ ਜਾਣਾ ਹੈ। ਸੋ ਧੰਨ ਗੁਰੂ ਜੀ ਨੇ ਰਹਿਮਤ ਕੀਤੀ ਹੈ, ਸਰਬ ਸਿੱਧ ਹਰਿ ਗਾਈਏ, ਸਾਰੀਆਂ ਸਿੱਧੀਆਂ ਪ੍ਰਾਪਤ ਹੁੰਦੀਆਂ ਨੇ ਜਦੋਂ ਅਸੀਂ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ। ਸਭ ਭਲਾ ਮਨਾਵੇ, ਤੇ ਇਸ ਦੇ ਨਾਲ ਬੁਰਾ ਕਿਸੇ ਦਾ ਨਹੀਂ ਸੋਚਣਾ, ਬੁਰਾ ਕਿਸੇ ਦਾ ਨਹੀਂ ਕਰਨਾ, ਸਾਰਿਆਂ ਦਾ ਭਲਾ ਹੀ ਮਨਾਉਣਾ ਹੈ ਜੀ। ਸਾਧ ਸਾਧ ਮੁਕਤੀ ਕਹੈ, ਸੁਣਦਾ ਸੁਣ ਲਾਵੈ। ਅੱਗੇ ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ। ਫਿਰ ਜਿਹੜੀ ਸੰਗਤ ਤੇ ਜਿਹੜਾ ਸਮਾਜ ਹੈ ਨਾ, ਉਹਨੂੰ ਸਾਰੇ ਹੀ ਸਾਧ ਆਖਣਗੇ। ਸਾਧ ਸਾਧ ਮੁਖ ਤੇ ਕਹੇ, ਸੰਗਤ ਹੈ ਜਿਹੜੀ, ਉਹਨੂੰ ਸਾਧ ਦੀ ਪਦਵੀ ਦੇ ਦੇਵੇਗੀ। ਸਾਧ ਦਾ ਇੱਕ ਅਰਥ ਸ਼ਾਬਾਸ਼ ਵੀ ਹੁੰਦੀ ਏ। ਸਾਰੇ ਉਹਨੂੰ ਚੰਗਾ ਆਖਣਗੇ। ਹੁਣ ਜੇ ਕਿਸੇ ਨੇ ਚੰਗਾ ਕੀਤਾ ਤੇ ਫਿਰ ਹੀ ਆਪਾਂ ਆਖਾਂਗੇ ਵੀ ਸ਼ਾਬਾਸ਼ ਏ, ਤੇਰੇ ਤੋਂ ਬਹੁਤ ਵਧੀਆ ਕੀਤਾ ਹੈ। ਸਾਧ ਸਾਧ ਮੁਖ ਤੇ ਕਹੇ, ਜਦੋਂ ਇਸ ਤਰ੍ਹਾਂ ਚੰਗੇ ਮਾਰਗ ਤੇ ਚੱਲੇਗਾ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਜਿਵੇਂ ਧੰਨ ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਨਾ, ਜਦੋਂ ਅਸੀਂ ਚੰਗੇ ਮਾਰਗ ਤੇ ਚੱਲਦੇ ਹਾਂ ਤੇ ਫਿਰ ਦੁਨੀਆ ਵਾਲੇ ਵਡਿਆਈ ਕਰਦੇ ਨੇ। ਉਹੀ ਗੱਲ ਧੰਨ ਗੁਰੂ ਅਰਜਨ ਦੇਵ ਜੀ ਇੱਥੇ ਆਖ ਰਹੇ ਨੇ ਵੀ ਵਾਹਿਗੁਰੂ ਵਾਹਿਗੁਰੂ ਆਖ। ਇਸ ਤਰ੍ਹਾਂ ਆਖਣ ਦੇ ਨਾਲ ਤੈਨੂੰ ਸਿੱਧੀਆਂ ਵੀ ਪ੍ਰਾਪਤ ਹੋਣਗੀਆਂ ਤੇ ਸਾਰੇ ਪ੍ਰਕਾਰ ਦਾ ਤੈਨੂੰ ਭਲਾ ਵੀ ਲੋਕਾਂ ਦਾ ਮਨਾਉਣਾ ਪਏਗਾ। ਜਦੋਂ ਨਾਮ ਜਪੇਂਗਾ, ਸਾਰਿਆਂ ਦਾ ਭਲਾ ਮਨਾਵੇਂਗਾ ਸਿੱਧੀਆਂ ਦੇ ਨਾਲ, ਫਿਰ ਸਮਾਜ ਦੇ ਵਿੱਚ ਵੀ ਤੈਨੂੰ ਸਾਰੇ ਚੰਗਾ ਚੰਗਾ ਹੀ ਆਖਣਗੇ। ਸੁਣ ਦਾਸ ਮਿਲਾਵੇ, ਇਹ ਤੇਰੀ ਵਡਿਆਈ ਨੂੰ ਜਦੋਂ ਗੁਰੂ ਨੇ ਸੁਣ ਲਿਆ ਨਾ ਸੰਗਤ ਤੋਂ, ਤੇ ਫਿਰ ਤੈਨੂੰ ਦਾਸ ਬਣਾ ਕੇ ਆਪਣੇ ਨਾਲ ਗੁਰੂ ਮਹਾਰਾਜ ਜੀ ਮਿਲਾ ਲੈਣਗੇ ਜੀ। ਸੁਖ ਸਹਜ ਕਲਿਆਣ ਰਸ, ਪੂਰੈ ਗੁਰ ਕੀਨਾ। ਹੁਣ ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਸੁਖ ਤੇਰੇ ਜੀਵਨ ਦੇ ਵਿੱਚ ਸੁਖ ਬਣਿਆ ਰਹੇਗਾ। ਸਹਿਜ ਸਹਿਜ ਅਵਸਥਾ ਦੀ ਪ੍ਰਾਪਤੀ ਰਹੇਗੀ, ਸਹਿਜ ਦੇ ਵਿੱਚ ਰਹੇਗਾ। ਕਲਿਆਣ, ਤੈਨੂੰ ਮੁਕਤੀ ਮਿਲ ਜੇਗੀ ਤੇ ਉਸ ਪ੍ਰਭੂ ਪਰਮਾਤਮਾ ਦੇ ਨਾਮ ਦਾ ਰਸ ਵੀ ਮਿਲੇਗਾ। ਪੂਰੇ ਗੁਰ ਕੀਨ, ਇਹ ਪੂਰੇ ਗੁਰੂ ਨੇ ਤੇਰੇ ਤੇ ਕਿਰਪਾ ਕਰ ਦੇਣੀ ਹੈ। ਧੰਨ ਗੁਰੂ ਮਹਾਰਾਜ ਜੀ ਨੇ ਦੱਸਿਆ ਸਾਨੂੰ ਵੀ ਗੁਰਮੁਖ ਪਿਆਰਿਆ, ਸੱਚੇ ਸਤਿਗੁਰ ਦਾ ਨਾਮ ਜਪਿਆ ਕਰ, ਗਾਉਣਾ ਕਰਿਆ ਕਰ। ਇਸ ਦੇ ਨਾਲ ਗੁਰੂ ਕਿਰਪਾ ਕਰੇਗਾ। ਤੇਰੀ ਬਿਰਤੀ ਹੈ ਜਿਹੜੀ ਸਾਰਿਆਂ ਦਾ ਭਲਾ ਮੰਗਣ ਵਾਲੀ ਹੋ ਜਾਏਗੀ। ਫਿਰ ਸੰਗਤ ਤੈਨੂੰ ਚੰਗਾ ਚੰਗਾ ਆਖੇਗੀ। ਸੰਗਤ ਤੋਂ ਗੁਰੂ ਨੇ ਤੇਰੀ ਵਡਿਆਈ ਸੁਣ ਕੇ ਤੈਨੂੰ ਨਾਲ ਮਨਾਉਣਾ। ਤੇਰੇ ਮੂੰਹ ਦੇ ਨਾਲ ਗੁਰੂ ਨੇ ਵਡਿਆਈ ਸੁਣ ਕੇ ਤੇ ਤੈਨੂੰ ਨਾਲ ਨਹੀਂ ਮਨਾਉਣਾ। ਇਹ ਨਹੀਂ ਵੀ ਮੈਂ ਗੁਰੂ ਨੂੰ ਖੁਸ਼ ਕਰ ਲਵਾਂ ਤੇ ਸੰਗਤ ਹੈ ਜਿਹੜੀ, ਉਹਦੇ ਤੋਂ ਮੈਂ ਕੀ ਲੈਣਾ, ਫਿਰ ਗੱਲ ਨਹੀਂ ਬਣਨੀ। ਸਾਧ ਸਾਧ ਮੁਖ ਤੇ ਕਹੇ, ਸੁਣ ਦਾਸ ਮਿਲਾਵੇ। ਜਦੋਂ ਗੁਰੂ ਨੇ ਤੇਰੀ ਵਡਿਆਈ ਸੰਗਤ ਦੇ ਮੁਖ ਚੋਂ ਕਹੀ, ਸੰਗਤ ਨੇ ਤੈਨੂੰ ਪਦਵੀ ਦੇ ਦਿੱਤੀ ਤੇ ਗੁਰੂ ਮਹਾਰਾਜ ਜੀ ਸੰਗਤ ਦੀ ਮੰਨਦੇ ਨੇ, ਤੈਨੂੰ ਦਾਸ ਬਣਾ ਕੇ ਅਭੇਦ ਕਰ ਲੈਣਾ ਹੈ। ਫਿਰ ਗੁਰੂ ਤੈਨੂੰ ਜੋ ਦਾਤਾਂ ਦੇਗਾ ਉਹ ਇਹ ਮਿਲਣਗੀਆਂ। ਸੁਖ ਤੇਰੇ ਜੀਵਨ ਵਿੱਚ ਸੁਖ ਹੋ ਜਾਏਗਾ, ਸਹਿਜ ਅਵਸਥਾ ਪ੍ਰਾਪਤ ਹੋ ਜਾਏਗੀ, ਕਲਿਆਣ ਮੁਕਤੀ ਮਿਲ ਜਾਏਗੀ, ਨਾਮ ਰਸ ਮਿਲੇਗਾ। ਪੂਰੇ ਗੁਰ ਕੀਨ, ਇਹ ਵਡਿਆਈ ਪੂਰਾ ਗੁਰੂ ਕਰਦਾ ਹੈ ਜੀ। ਜੀ ਸਗਲ ਦਿਆਲ ਪਾਈ, ਹਰ ਹਰ ਨਾਮ ਚੀਨ। ਜਦੋਂ ਅਸੀਂ ਵਾਹਿਗੁਰੂ ਵਾਹਿਗੁਰੂ ਆਖਾਂਗੇ, ਸੱਚੇ ਸਤਿਗੁਰ ਦੇ ਨਾਮ ਨੂੰ ਜਪਾਂਗੇ, ਉਸ ਦੇ ਨਾਮ ਦੀ ਆਪਣੇ ਅੰਦਰ ਚੀਨ ਕਰਾਂਗੇ, ਖੋਜ ਕਰਾਂਗੇ। ਜੀ ਸਗਲ ਦਇਆਲ ਭਏ, ਉਸ ਪ੍ਰਭੂ ਪਰਮਾਤਮਾ ਦੀ ਦਇਆ ਦੇ ਨਾਲ ਸਾਰੇ ਜੀ ਨੇ ਜਿਹੜੇ, ਉਹਨਾਂ ਦੇ ਅੰਦਰ ਤੇਰੇ ਪ੍ਰਤੀ ਫਿਰ ਦਇਆ ਵੀ ਆ ਜਾਣੀ ਹੈ ਜੀ। ਅੱਗੇ ਧੰਨ ਗੁਰੂ ਮਹਾਰਾਜ ਜੀ ਵਿਸ਼ਰਾਮ ਲਾ ਕੇ ਕਿਰਪਾ ਕਰਦੇ ਨੇ। ਪ੍ਰਭੂ ਪਰਮਾਤਮਾ ਦੀ ਆਖਰੀਆਂ ਦੋ ਤੁਕਾਂ ਦੇ ਵਿੱਚ ਵਡਿਆਈ ਕੀਤੀ ਏ। ਪੂਰ ਰਹੋ ਸਰਬਤਰ ਮੈਂ, ਪਰਮਾਤਮਾ ਸਾਰਿਆਂ ਦੇ ਵਿੱਚ ਪਰਿਪੂਰਨ ਨੇ, ਕੋਈ ਵੀ ਊਣਾ ਨਹੀਂ। ਪ੍ਰਭ ਗੁਣੀ ਗਹੀਰ, ਪ੍ਰਭੂ ਪਰਮਾਤਮਾ ਗੁਣਾ ਦਾ ਖਜ਼ਾਨਾ ਹੈ। ਪ੍ਰਭ ਗੁਣੀ ਗਹੀਰ, ਅਕਾਲ ਪੁਰਖ ਵਾਹਿਗੁਰੂ ਗੁਣਾ ਦਾ ਖਜ਼ਾਨਾ ਹੈ ਤੇ ਪ੍ਰਭੂ ਪਰਮਾਤਮਾ ਸਾਰਿਆਂ ਦੇ ਵਿੱਚ ਵਿਆਪਕ ਹੈ ਜੀ। ਨਾਨਕ ਭਗਤ ਆਨੰਦਮੈ, ਭੀਖ ਪ੍ਰਭ ਕੀ ਧੀਰ। ਇਸ ਤਰ੍ਹਾਂ ਏਡਾ ਵੱਡਾ ਉਸ ਪ੍ਰਭੂ ਪਰਮਾਤਮਾ ਦਾ ਧੀਰਜ ਵੇਖ ਕੇ ਨਾ ਤੇ ਭਗਤ ਫਿਰ ਆਨੰਦ ਦੇ ਵਿੱਚ ਹੋ ਜਾਂਦੇ ਨੇ। ਨਾਨਕ ਭਗਤ ਆਨੰਦਮੈ, ਅਸੀਂ ਕਾਹਲੇ ਪੈ ਜਾਂਦੇ ਹਾਂ ਨਾ। ਚਾਰ ਕੁ ਦਿਨ ਕੋਈ ਚੰਗੇ ਕੰਮ ਕਰੇ ਤੇ ਅਸੀਂ ਉਹਨੂੰ ਕਹਿ ਦਿੰਦੇ ਹਾਂ ਬੜਾ ਚੰਗਾ ਹੈ, ਤੇ ਪੰਜਵੇਂ ਛੇਵੇਂ ਦਿਨ ਫਿਰ ਉਹ
ਮਾੜੇ ਮੋਟੇ ਇੱਧਰ ਉੱਧਰ ਜੇ ਕੰਮ ਕਰਨ ਲੱਗ ਜਾਂਦਾ, ਫਿਰ ਉਸੇ ਜ਼ੁਬਾਨ ਦੇ ਨਾਲ ਸਾਨੂੰ ਕਹਿਣਾ ਪੈਂਦਾ ਵੀ ਇਹ ਯਾਰ ਹੁਣ ਉਸ ਤਰ੍ਹਾਂ ਦਾ ਨਹੀਂ ਰਿਹਾ, ਇਹ ਚੰਗਾ ਨਹੀਂ ਰਿਹਾ। ਪਰ ਉਹ ਪ੍ਰਭੂ ਪਰਮਾਤਮਾ ਜਿਹੜਾ ਨਾ ਉਹ ਬੜੀ ਧੀਰਜ ਵਾਲਾ ਹੈ। ਉਹ ਨਾ ਤਾਂ ਛੇਤੀ ਕਰਕੇ ਕਿਸੇ ਨੂੰ ਪ੍ਰਵਾਨ ਕਰਦਾ ਤੇ ਨਾ ਹੀ ਛੇਤੀ ਕਰਕੇ ਕਿਸੇ ਨੂੰ ਠੁਕਰਾਉਂਦਾ ਹੈ। ਨਾਨਕ ਭਗਤ ਆਨੰਦਮय, ਉਸ ਪ੍ਰਭੂ ਪਰਮਾਤਮਾ ਦੀ ਭਗਤੀ ਕਰਨ ਵਾਲੇ ਜਿਹੜੇ ਭਗਤ ਨੇ ਨਾ ਉਹ ਸਦਾ ਆਨੰਦ ਦੇ ਵਿੱਚ ਰਹਿੰਦੇ ਨੇ। ਤੇ ਆਨੰਦ ਦਾ ਜਿਹੜਾ ਕਾਰਨ ਹੈ ਨਾ, ਪੇਖ ਪ੍ਰਭ ਕੀ ਧੀਰ, ਧੀਰ ਦਾ ਅਰਥ ਹੁੰਦਾ ਧੀਰਜ। ਉਹ ਪਰਮਾਤਮਾ ਦਾ ਧੀਰਜ ਵੇਖ ਕੇ ਖੁਸ਼ ਨੇ ਵੀ ਇਤਨਾ ਵੱਡੇ ਧੀਰਜ ਵਾਲਾ। ਇਸੇ ਕਰਕੇ ਤਾਂ ਬਾਬਾ ਫਰੀਦ ਜੀ ਨੂੰ 36 ਸਾਲਾਂ ਦੇ ਬਾਅਦ ਮਿਲਿਆ ਸੀ। 36 ਸਾਲ 3 ਵਾਰੀ 12-12 ਸਾਲ ਦੀ ਤਪੱਸਿਆ ਬੰਦਗੀ ਏ। ਤੇ ਉਸ ਪ੍ਰਭੂ ਪਰਮਾਤਮਾ ਨੇ ਏਡਾ ਵੱਡਾ ਧਰਵਾਸਾ, ਏਡੀ ਵੱਡੀ ਧੀਰਜ ਰੱਖੀ ਵੀ ਇੰਨਾ ਚਿਰ ਹੋ ਗਿਆ ਮੇਰੇ ਨਾਲ ਜੁੜੇ ਨੂੰ, ਤੇ ਸਾਡੇ ਨਾਲ ਕੋਈ 4 ਕੁ ਦਿਨ ਸੇਵਾ ਕਰ ਦੇਵੇ ਨਾ ਤੇ ਅਸੀਂ ਨਾਲ ਦੀ ਨਾਲ ਉਹਦੇ ਤੇ ਧੀਰਜ ਕਰ ਲੈਂਦੇ ਹਾਂ, ਵੀ ਉਹਦੇ ਤੇ ਧਰਵਾਸਾ ਕਰ ਲੈਂਦੇ ਵੀ ਬੜਾ ਚੰਗਾ ਹੋਏਗਾ। ਪਤਾ ਫਿਰ ਉਦੋਂ ਲੱਗਦਾ ਜਦੋਂ 6ਵੇਂ-7ਵੇਂ ਦਿਨ ਕੁਝ ਹੋਰ ਹੀ ਕਰ ਬੈਠਦਾ, ਫਿਰ ਪਤਾ ਲੱਗਦਾ, ਫਿਰ ਸਾਨੂੰ ਜ਼ੁਬਾਨ ਨਾਲ ਕਹਿਣਾ ਪੈਂਦਾ ਵੀ ਇਹ ਤਾਂ ਗਲਤ ਹੋ ਗਿਆ। ਪਰ ਪਰਮਾਤਮਾ ਇਸ ਤਰ੍ਹਾਂ ਨਹੀਂ ਕਰਦਾ। ਉਹ ਵਾਹਿਗੁਰੂ ਪੂਰੀ ਨਿਰਖ ਤੇ ਪਰਖ ਕਰਦਾ। ਭਾਈ ਮੰਝ ਜੀ ਦੀ ਸਾਖੀ ਲੈ ਲਓ, ਵੇਖੋ ਕਿਤਨਾ ਸਮਾਂ ਬੰਦਗੀ ਕਰਨੀ ਪਈ, ਸੇਵਾ ਕਰਨੀ ਪਈ। ਇਸੇ ਤਰ੍ਹਾਂ ਭਾਈ ਲੱਖੂ ਜੀ ਨੇ ਕਿਤਨਾ ਲੰਮਾ ਸਮਾਂ ਉਹਨਾਂ ਨੂੰ ਸੰਗਤ ਦੇ ਬਰਤਨ ਸਨ ਜਿਹੜੇ ਉਹ ਮਾਂਜਣੇ ਪਏ। ਇਸ ਤਰ੍ਹਾਂ ਪ੍ਰਭੂ ਪਰਮਾਤਮਾ ਦਾ ਵੱਡਾ ਧੀਰਜ ਹੈ। ਉਹ ਕਾਲੇਪਨ ਦੇ ਵਿੱਚ ਨਹੀਂ ਹੁੰਦਾ। ਉਸ ਦੀ ਵੱਡੀ ਧੀਰਜ ਨੂੰ ਵੇਖ ਕੇ ਤੇ ਭਗਤ ਨੇ ਜਿਹੜੇ ਇਹ ਬੜੇ ਆਨੰਦ ਦੇ ਵਿੱਚ ਬੜੇ ਖੁਸ਼ ਹੋ ਜਾਂਦੇ ਨੇ। ਇਤਨੀ ਕੁ ਸੇਵਾ ਸੰਗਤ ਨੇ ਪ੍ਰਵਾਨ ਕਰਨੀ। ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਨ, ਕਿਰਪਾ ਕਰਨ। ਅੱਜ ਦੇ 2 ਪਾਵਨ ਸ਼ਬਦਾਂ ਦੇ ਅੰਦਰ ਗੁਰੂ ਮਹਾਰਾਜ ਜੀ ਨੇ ਜੋ ਦਾਤ ਸਾਨੂੰ ਬਖਸ਼ੀ ਹੈ ਗਿਆਨ ਦੀ। ਪਹਿਲੇ ਸ਼ਬਦ ਵਿੱਚ ਗੁਰੂ ਮਹਾਰਾਜ ਜੀ ਨੇ ਆਖੇ, ਅਰਦਾਸ ਬੇਨਤੀ ਕੀਤੀ ਹੈ ਪ੍ਰਭੂ ਪਰਮਾਤਮਾ ਦੇ ਅੱਗੇ ਵੀ ਕਿਰਪਾ ਕਰ, ਸਾਡੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਵੇ ਤਾਂ ਕਿ ਸਾਨੂੰ ਸਮਾਜ ਦੇ ਵਿੱਚ ਰਹਿਣਾ ਆ ਜਾਵੇ, ਦੁਨੀਆ ਦੇ ਵਿੱਚ ਕਿਵੇਂ ਵਿਚਰਨਾ ਹੈ ਤੇ ਸੰਸਾਰ ਦੇ ਬੁਰਾਈਆਂ ਵਕਾਰਾਂ ਤੋਂ ਕਿਵੇਂ ਬਚਣਾ, ਤੇਰੀ ਕਿਰਪਾ ਦੇ ਨਾਲ ਇਹ ਪਤਾ ਲੱਗ ਜਾਵੇ। ਤੇ ਦੂਸਰੇ ਸ਼ਬਦ ਦੇ ਵਿੱਚ ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ, ਜਿਹੜੇ ਗੁਰਮੁਖ ਪਿਆਰਿਆਂ ਤੇ ਰਹਿਮਤ ਹੋ ਗਈ, ਜਿਨ੍ਹਾਂ ਦੇ ਅੰਦਰ ਦਾ ਦੀਵਾ ਜਗ ਪਿਆ ਹੈ, ਜਿਨ੍ਹਾਂ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਗਿਆ, ਉਹਨਾਂ ਦੀ ਅਵਸਥਾ ਸੱਚੇ ਸਤਿਗੁਰੂ ਨੇ ਦੱਸੀ ਹੈ। ਸੱਚੇ ਸਤਿਗੁਰ ਕਿਰਪਾ ਕਰ, ਰਹਿਮਤ ਕਰਨ, ਦੋਵੇਂ ਦਾਤਾਂ ਸਾਡੀ ਝੋਲੀ ਦੇ ਵਿੱਚ ਪੈ ਜਾਣ। ਦੇਹੋ ਸੱਜਣ ਆਸੀਸੜੀਆ, ਜੋ ਹੋਵੇ ਸਹਿਬ ਸਿਉ ਮੇਲ। ਪੂਰ